विसर नाही दाता अपना नाम देहो गुण गावा दिन रात गुण गावा दिन रात नानक नानक चाओ एहो नानक चाओ एहो। तेरे गुण बहुते तेरे गुण बहुते मैं एक ना जाने मैं मूर्ख किछ दीजे प्रणवत नानक सुन मेरे साहिबा डुबदा पत्थर ले तेरे कवन कवन गुण कह कह गावा तेरे कवन कवन गुण कह कह गावा तू साहिब गुणी निधाना तुमरी महिमा वर्ण न सको तू ठाकुर ऊच भगवाना। ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਏਕ ਓੰਕਾਰ ਸਤਨਾਮ ਓ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਗੁਰ ਪ੍ਰਸਾਦ ਜਪ ਆਦ ਅੱਗੇ ਹੋ ਜਾਓ। ਆਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸਚ ਏਕ ਓੰਕਾਰ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੁਨੀ ਸੈਭੰ ਗੁਰ ਪ੍ਰਸਾਦ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਧੰਨ ਗੁਰੂ ਨਾਨਕ 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 ਧੰਨ ਗੁਰੂ ਨਾਨਕ। ਸੱਚਾ ਧਨ ਤੇ ਝੂਠਾ ਧਨ ਸੱਚੀ ਪਾਤਸ਼ਾਹੀ ਤੇ ਝੂਠੀ ਪਾਤਸ਼ਾਹੀ ਸੱਚਾ ਸੁਖ ਤੇ ਝੂਠੇ ਸੰਸਾਰਕ ਸੁਖ ਸੱਚਾ ਗੁਰੂ
ਸੱਚਖੰਡ ਮਾਣ ਹੋਣਾ ਚਾਹੀਦਾ। ਕਿ ਮੈਂ ਅੱਜ ਗੁਰੂ ਦੀ ਸੰਗਤ ਵਿੱਚ ਰਾਤ ਗੁਜ਼ਾਰੀ। ਬੜੀ ਨਮੋਸ਼ੀ ਹੁੰਦੀ ਹੈ ਕਿ ਮੈਂ ਪਾਪਾਂ ਵਿੱਚ ਰਾਤ ਗੁਜ਼ਾਰੀ। ਇਸ ਦਾ ਗਰਭ ਹੈ, ਮਾਣ ਹੈ। ਮੈਂ ਲੱਖ ਵਿੜਤੇ ਸਹਿਬਾਜੇ ਬਿੰਦ ਬਣਾਈ। ਹਉ ਕੁਰਬਾਨੀ ਜਾਉ ਮਿਹਰਬਾਨਾ, ਹਉ ਕੁਰਬਾਨੀ ਜਾਉ, ਹਉ ਕੁਰਬਾਨੀ ਜਾਉ ਤਿਨਾ ਕੇ ਲੈਣ ਜੋ ਤੇਰਾ ਨਾਉ। ਉਹਨਾਂ ਤੋਂ ਬਲਹਾਰ ਜਾਉ। ਸਦ ਬਲਹਾਰੀ ਤਿਨਾ ਜੋ ਸੁਣਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਿਵਾਵੇ ਪ੍ਰਮਥ। ਸਗਲਾ ਸੰਤਾਂ ਸੰਗ ਉਧਾਰ, ਸਗਲਾ ਦੁੱਖ ਲੁੱਥਾ। ਹਰ ਜਿਸ ਲਿਖੇ ਬੇਅੰਤ, ਸੋਹੇ ਸੇ ਹੱਥਾ। ਗੁਰਮੁਖ ਜਨਮ ਸਵਾਰ, ਦਰਗੇ ਚਲੇ। ਗੁਰਮੁਖ ਜਿੱਤਾ, ਮਨਮੁਖ ਹਾਰਿਆ। ਗੁਰਮੁਖ ਜਿੱਤਾ। ਬੜੇ ਮਾਣ ਨਾਲ ਉਹ ਗੱਲ ਕਰਦੇ ਨੇ ਕਿ ਅਸੀਂ ਬਾਬਾ ਨੰਦ ਸਿੰਘ ਦੇ ਦਰਸ਼ਨ ਕੀਤੇ। ਬਾਬਾ ਅਤਰ ਸਿੰਘ ਜੀ ਦੇ ਦਰਸ਼ਨ ਕੀਤੇ। ਬੜਾ ਮਾਣ ਹੁੰਦਾ ਇੱਥੇ ਬਾਬਾ ਜੀ ਦੇ ਚਰਨ ਪਏ। ਇਹ ਸਾਰੇ ਮਾਣ ਵਾਲੀਆਂ ਗੱਲਾਂ ਨੇ। ਲੱਖ ਵਾਰੀ ਕੁਰਬਾਨ ਗੁਰੂ ਤੋਂ, ਕੋਲ ਕਮਾਈ ਲਾਲਣਾ ਗੁਰਮਨ ਦੀਨਾ ਰਾਮ। ਸੁਣ ਸ਼ਬਦ ਤੁਮਾਰਾ ਮੇਰਾ ਮਨ ਪੀਨਾ ਰਾਮ। ਇਹ ਮਨ ਪੀਨਾ ਜਿਉ ਜਲ ਮੀਨਾ, ਲਾਗਾ ਰੰਗ ਮਰਾਰਾ। ਕੀਮਤ ਕਹੀ ਨਾ ਜਾਈ ਠਾਕਰ ਤੇਰਾ ਮਹਿਲ ਪਾਰ। ਅੱਜ ਖੁਸ਼ੀ ਹੈ, ਮਾਣ ਹੈ ਕਿ ਜਿਨ੍ਹਾਂ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਦਿਨ ਗੁਜ਼ਾਰਿਆ, ਜਿਨ੍ਹਾਂ ਦੀ ਸੰਗਤ ਮਿਲੀ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਦ ਤੁਮਰੇ ਦੁਆਰੇ ਆਇਆ। ਮੈਂ ਉਸ ਵੇਲੇ ਤੋਂ ਕੁਰਬਾਨ ਜਾਵਾਂ ਜਦੋਂ ਤੇਰਾ ਦੁਆਰਾ ਮੈਨੂੰ ਮਿਲਿਆ, ਜਦੋਂ ਤੇਰੀ ਸੰਗਤ ਮਿਲੀ। ਕੁਰਬਾਨ ਜਾਈ ਉਸ ਵੇਲਾ ਸੁਹਾਵੀ। ਵੱਡਾ ਦਰਬਾਰ ਹੈ ਬਾਬਾ ਜੀ ਦਾ। ਰਿਸ਼ ਵਾਲੇ ਨੇ ਆਖਿਆ ਸੀ, ਰਿਸ਼ ਵਾਲੇ ਨੂੰ ਮੱਥਾ ਟੇਕ, ਇਹ ਵੱਡੇ ਆ, ਤੈਨੂੰ ਵੱਡੀ ਦਾਤ ਦੇਣਗੇ। ਤੇ ਰਿਸ਼ ਵਾਲੇ ਨੂੰ ਕੋਈ ਮਾਇਆ ਦੇ ਕੇ ਬਾਬਾ ਸਾਹਿਬ ਸਿੰਘ ਜੀ ਬੇਦੀ ਉਹ ਬੜਾ ਖੁਸ਼ ਹੋਇਆ। ਇੰਨੀ ਮਾਇਆ ਤਾਂ ਮੈਂ ਸਾਰੀ ਉਮਰ ਕਮਾਉਣੀ ਸੀ ਇਹਦੇ ਤੋਂ। ਕਹਿੰਦੇ ਚੱਲ ਰੇਸ਼ਾਲ ਨੂੰ, ਕਹਿੰਦੇ ਚੱਲੀਏ। ਮਹਾਂਪੁਰਸ਼ ਕਹਿੰਦੇ ਹੁਣ ਨਹੀਂ ਜਾਏਗਾ, ਰੱਸੀ ਖੋਲ ਦੇ। ਕਿਆ ਵੱਡੇ ਆ, ਵੱਡੀ ਦਾਤ ਦੇਣਗੇ। ਮਹਾਂਪੁਰਸ਼ਾਂ ਨੇ ਜਨਮ ਮਰਨ ਕੱਟਤਾ ਵੀ ਵੱਡੇ ਆ ਤੇ ਵੱਡੀ ਦਾਤ ਦੇਣਗੇ। ਜਿਹੜੇ ਵੱਡੇ ਆ ਵੱਡੀਆਂ ਹੀ ਦਾਤਾਂ ਦਿੰਦੇ ਆ।
ਉਸ ਰਿਸ਼ ਦਾ ਜਨਮ ਮਰਨ ਕੱਢਤਾ, ਜਿਨੇ ਮਹਾਂਪੁਰਸ਼ਾਂ ਨੂੰ ਮੱਥਾ ਟੇਕਿਆ ਸੀ ਤੇ ਰਿਸ਼ ਵਾਲੇ ਨੇ ਟਿਕਾਇਆ ਸੀ। ਮਹਾਂਪੁਰਸ਼ਾਂ ਨੇ ਉਸ ਰਿਸ਼ ਦਾ ਜਨਮ ਮਰਨ 84 ਲੱਖ ਜੂਨ ਚੋਂ ਮੁਕਤ ਕਰਤਾ, ਜਨਮ ਮਰਨ ਕੱਢਤਾ। ਮੈਂ ਨੀਵੀਂ ਮੇਰਾ ਮੁਰਸ਼ਦ ਉੱਚਾ, ਮੈਂ ਉੱਚਿਆਂ ਦੇ ਸੰਗ ਲਾਈ, ਸਦਕੇ ਜਾਵਾਂ ਉਹਨਾਂ ਉੱਚਿਆਂ ਤੋਂ ਜਿਨ੍ਹਾਂ ਨੀਵਿਆਂ ਸੰਗ ਨਿਭਾਈ। ਮਹਾਂਪੁਰਖ ਬਾਬਾ ਮਾਹਰ ਨਾਮ ਸਿੰਘ ਜੀ ਜਿਸ ਅਵਸਥਾ ਦੇ ਮਹਾਂਪੁਰਸ਼ ਮਾਲਕ ਨੇ ਜਿੱਥੇ ਪਹੁੰਚੇ ਆ, ਉਥੇ ਵੇਦ ਸ਼ਾਸਤਰ ਤੇ ਗੁਰੂਆਂ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਵੀ ਆਖਦੇ ਨੇ ਸਾਧ ਕੀ ਮਹਿਮਾ ਭੇਦ ਨਾ ਜਾਣੇ, ਸਾਧ ਕੀ ਸੋਭਾ ਸਾਧ ਬਣਿਆ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਸਾਧ ਕੀ ਮਹਿਮਾ ਬਰਨੇ ਕੌਣ ਪ੍ਰਾਣ। ਗੁਰੂ ਸਾਹਿਬ ਵੀ ਆਖਦੇ ਆ ਇਹਨਾਂ ਦੀ ਮਹਿਮਾ ਐਸੇ ਮਹਾਂਪੁਰਖਾਂ ਦੀ, ਐਸਿਆਂ ਦੀ ਵਡਿਆਈ ਜਿਨ੍ਹਾਂ ਦੀ ਆਪਾਂ ਬਰਸੀ ਮਨਾ ਰਹੇ, ਜਿਨ੍ਹਾਂ ਦੇ ਸਮਾਗਮ ਹੋ ਰਹੇ ਨੇ, ਰਹਿਣ ਸਭਾਈਆਂ ਹੋ ਰਹੀਆਂ। ਸੰਗਤਾਂ ਰਾਤੀ ਆਣ ਕੇ ਬੈਠਦੀਆਂ, ਜੁੜਦੀਆਂ। ਬਾਬਾ ਜੀ ਸਭ ਤੇ ਮੇਰਾ ਭਰੀ ਦ੍ਰਿਸ਼ਟੀ ਨਾਲ ਮੇਰ ਵਰਸਾਉਂਦੇ। ਆਪਾਂ ਉਸ ਸਥਾਨ ਤੇ ਬੈਠੇ ਹਾਂ, ਉਸ ਗੁਰੂ ਨਾਨਕ ਦੀ ਸੰਗਤ ਵਿੱਚ ਬੈਠੇ ਹਾਂ ਜਿੱਥੇ ਮੇਰਾਂ ਵਰਸਦੀਆਂ, ਜਿੱਥੇ ਉਹਦੀ ਕਿਰਪਾ ਵਰਸਦੀ। ਮਹਾਂਸੰਪੜ ਪਾਠ ਅੰਦਰ 50-60 ਸਿੰਘ ਸੇਵਾ ਤੇ ਲੱਗੇ ਆ, ਬਾਹਰ ਲੱਗੇ ਆ, ਰਹਿਣ ਸਬਾਈ ਕੀਰਤਨ ਹੋ ਰਹੇ ਨੇ। ਇੰਨੀਆਂ ਮੇਰਾਂ ਵਰਸ ਰਹੀਆਂ ਨੇ ਤੇ ਅਸੀਂ ਫਿਰ ਵੀ ਪਿਆਸੇ ਰਹਿ ਜਾਈਏ ਤੇ ਫਿਰ ਭਾਗ ਤਿਨਾ ਕੇ ਨਾ, ਫਿਰ ਉਹਨਾਂ ਦੇ ਭਾਗ ਇਤੇ ਜਲ ਵਰਸਦੇ ਤਿਖ ਮਰੇ ਭਾਗ ਤਿਨਾ ਕੇ ਨਾ। ਜੇ ਇੰਨੀਆਂ ਮੇਰਾਂ ਗੁਰੂ ਦੀਆਂ ਵਰਸ ਰਹੀਆਂ ਫਿਰ ਵੀ ਪਿਆਸੇ ਮਰ ਰਹੇ ਆ, ਤੇ ਭਾਈ ਉਧਰ ਤਾਂ ਮੀਂਹ ਬਰਸਣ ਦੀ ਕਮੀ ਨਹੀਂ ਸੀ, ਬਾਰਿਸ਼ ਦੀ ਕਮੀ ਨਹੀਂ ਸੀ, ਤੂੰ ਪਿਆਸਾ ਮਰ ਗਿਆ, ਪਾਣੀ ਦੀ ਕਮੀ ਨਹੀਂ ਸੀ। ਫਿਰ ਤੇਰੇ ਭਾਗ ਹੀ ਮਾੜੇ ਗਿਣੇ ਜਾ ਸਕਦੇ। ਇੰਨੀਆਂ ਮਿਹਰਾਂ ਬਖਸ਼ਿਸ਼ਾਂ ਵਰਸ ਰਹੀਆਂ ਨੇ। ਬਸ ਆਪਦਾ ਤਨ ਮਨ ਧਨ ਗੁਰੂ ਦੇ ਚਰਨਾਂ 'ਚ ਹਾਜ਼ਰ ਕਰੋ ਤੇ ਰਹਿਣ ਸਵਾਈ 'ਚ ਸਮਾਧੀਆਂ ਲਾ ਕੇ ਬੈਠੋ। ਪਤਾ ਹੀ ਨਹੀਂ ਕਿਧਰੋਂ ਕਿਧਰੋਂ ਬਖਸ਼ਿਸ਼ ਹੋਈ ਜਾਣੀ, ਕਿਧਰੋਂ ਕਿਧਰੋਂ ਮਿਹਰ ਵਰਸ ਰਹੀ। ਕਿਹੋ ਜੀ ਬਖਸ਼ਿਸ਼ ਦੀ ਪੌਣ ਆਉਣੀ ਹੈ, ਗੁਰੂ ਦੀਆਂ ਮਿਹਰਾਂ ਦੇ ਬਰਸਾਤ ਹੋ ਰਹੀ ਹੈ। ਜ਼ਿਮੀਂਦਾਰ ਆਪਦੀਆਂ ਵੱਟਾਂ ਬਣਾ ਕੇ ਖੇਤ ਭਰਦਾ ਹੈ, ਸਰਕਾਰ ਵੱਟਾਂ ਬੰਨੇ ਕਾਇਮ ਕਰਕੇ, ਬੰਨੇ ਕਾਇਮ ਕਰਕੇ ਡੈਮ ਭਰਦੀ ਹੈ, ਨਹਿਰਾਂ ਬਣਾਉਂਦੀ ਏ, ਪਾਣੀ ਦਿੰਦੀ ਏ, ਬਿਜਲੀ ਬਣਾਉਂਦੇ ਨੇ। ਉਹਦੀ ਬਾਰਿਸ਼ ਨੂੰ ਸੰਭਾਲਿਆ ਸਰਕਾਰ ਨੇ ਤੇ ਡੈਮ ਬਣੇ ਆ, ਨਹਿਰਾਂ ਬਣੀਆਂ।
ਜ਼ਿਮੀਂਦਾਰਾਂ ਨੇ ਸੰਭਾਲਿਆ ਹੈ, ਉਹ ਜ਼ਿਮੀਂਦਾਰਾਂ ਦੇ ਪਾਣੀ ਕੰਮ ਆਇਆ ਹੈ। ਜੁਗਤੀ ਨਾਲ ਫਸਲ ਬੀਜੀਏ ਕਿ ਹੁਣ ਪਾਣੀ ਦਾ ਲਾਭ ਹੈ। ਬਖਸ਼ਿਸ਼ ਨੂੰ ਜਿਹਨੇ ਸੰਭਾਲਿਆ, ਜਿਹਨੇ ਨਹੀਂ ਸੰਭਾਲਿਆ ਉੱਥੇ ਵੀ ਮੀਂਹ ਪਿਆ ਟਿੱਬਿਆਂ ਦੇ ਰੁੜ ਕੇ ਚਲਾ ਗਿਆ। ਕਿਸੇ ਅੱਕ ਜੰਮੇ ਔੜੀ ਉੱਥੇ ਅੱਕ ਹੀ ਜੰਮੇ, ਜਿੱਥੇ ਕਿਸੇ ਖੇਤੀ ਨਾ ਸੰਭਾਲੀ ਮੀਂਹ ਤਾਂ ਉੱਥੇ ਵੀ ਪਏ, ਰੁੱਤ ਉੱਥੇ ਵੀ ਆਈ, ਬਰਸਾਤ ਉੱਥੇ ਵੀ ਪਈ, ਪਰ ਉੱਥੇ ਕਿਸੇ ਨੂੰ ਕੁਝ ਮਿਲਿਆ ਨਹੀਂ। ਜਿੰਨਾ ਸੰਭਾਲ ਕੀਤੀ, ਵਣਜ ਕਰੋ ਵਣਜਾਰਿਓ, ਵਖਰ ਲਿਓ ਸੰਭਾਲ। ਇਹਨੂੰ ਸੰਭਾਲ ਕੇ ਰੱਖੋ ਗੁਰੂ ਦੀ ਵਸਤੂ। ਗੁਰੂ ਸਾਹਿਬ ਮੇਰਾ ਦੇ ਮੀਂਹ ਵਰਸਾ ਰਹੇ। ਸਾਨੂੰ ਬੜਾ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਬਾਬਾ ਜੀ ਦੇ ਅਸਥਾਨ ਤੇ ਹਾਜ਼ਰੀਆਂ ਭਰੀਆਂ ਨੇ। ਅਸੀਂ ਕੀਰਤਨ ਸਮਾਗਮ ਦੇ ਵਿੱਚ ਰਾਤ ਗੁਜ਼ਾਰੀ। ਇਹ ਮਾਣ ਵਾਲੀਆਂ ਗੱਲਾਂ ਨੇ। ਗੁਰੂ ਸਾਹਿਬ ਦੇ ਵਿੱਚ ਇਹਨਾਂ ਦਾ ਜ਼ਿਕਰ ਹੈ ਕਿ ਇਹ ਵਡਭਾਗੀ ਸਾਧ ਸੰਗਤ, ਇਹ ਵੱਡਿਆਂ ਭਾਗਾਂ ਨਾਲ ਤੇ ਚੋਟਾਂ ਜਿਹੜੀਆਂ ਸੰਸਾਰ ਦੀਆਂ ਭਾਗਾਂ ਦੇ ਹੀਣਿਆਂ ਨਾਲ, ਉਹ ਭਾਗਾਂ ਤੋਂ ਹੀਣੇ ਖਾਂਦੇ। ਵਡਭਾਗੀ ਹਰ ਸੰਗਤ ਪਾਵੇ, ਭਾਗਹੀਣ ਭਰਮ ਚੋਟਾ ਖਾਵੇ। ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਪਰੀਜੇ। ਇਹ ਮਾਣ ਵਾਲੀ ਗਰਭ ਵਾਲੀ ਗੱਲ ਹੈ ਕਿ ਜੇ ਆਪਾਂ ਦਰਸ਼ਨ ਕੀਤੇ, ਸੰਗਤ ਕੀਤੀ, ਨਾਮ ਜਪਿਆ, ਗੁਰੂ ਦੀ ਹਜ਼ੂਰੀ ਵਿੱਚ ਸਮਾਂ ਬਿਤਾਇਆ, ਇਹ ਬੜੇ ਮਾਣ ਵਾਲੀ ਗੱਲ ਹੈ। ਆਖਿਆ ਨਾ, ਮੈਂ ਲੱਖ ਵਡੇਤੇ ਸਾਹਿਬਾ, ਤੂੰ ਮਾੜਾ ਜੀ ਮੈਨੂੰ ਬੁਲਾ ਲੈ, ਇੱਕ ਬਿੰਦ ਥੋੜਾ ਜਿਹਾ ਬੁਲਾ, ਮੈਂ ਲੱਖਾਂ ਵਾਰੀ ਕੁਰਬਾਨ ਤੇਰੇ ਤੋਂ ਜਾਵਾਂ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜੇ ਤੁਮਰੇ ਮੈਂ ਬਲਹਾਰ ਜਾਣਾ ਜਦੋਂ ਮੈਂ ਤੇਰੇ ਦੁਆਰੇ ਤੇ ਆਇਆ। ਸਾਰੀ ਸੰਗਤ ਜਪ ਲੋ ਮੂਲ ਮੰਤਰ ਦਾ ਜਾਪ। ਇਹ ਬੜੀ ਕੀਮਤੀ ਵਸਤੂ। ਭਾਈ ਗੁਰਸ਼ਨ ਸਿੰਘ ਜੀ ਦੱਸ ਰਹੇ ਸਨ ਅੰਮ੍ਰਿਤ ਵੇਲੇ ਦੀ ਮਹੱਤਤਾ, ਵਡਿਆਈ। ਤੇ ਜੇ ਆਪਾਂ ਜਪਜੀ ਸਾਹਿਬ ਦੇ ਵਿੱਚ ਜਾਣਦੇ ਆ ਨਾ, ਗੁਰੂ ਸਾਹਿਬ ਨੇ ਸਵਾਲ ਜਵਾਬ ਉਪਦੇਸ਼ ਕੀਤੇ ਹੋਏ। ਸਭ ਤੋਂ ਪਹਿਲਾ ਸਵਾਲ ਏ, ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾ। ਅਸੀਂ ਕਿਵੇਂ ਸੱਚੇ ਮਨੁੱਖ ਬਣ ਸਕਦੇ ਹਾਂ ਤੇ ਕਿਵੇਂ ਝੂਠੇ ਜੰਜਾਲ ਸਾਡੇ ਮਗਰੋਂ ਲੈ ਸਕਦੇ, ਇਹ ਸਵਾਲ ਹੈ। ਫਿਰ ਇਹਦਾ ਹੁਕਮ ਹੈ ਗੁਰੂ ਸਾਹਿਬ ਦਾ, ਇਹਦਾ ਜਵਾਬ ਹੈ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਕਿ ਜੇ ਸੱਚੇ ਮਨੁੱਖ ਬਣਨਾ ਜੇ, ਝੂਠੇ ਜੰਜਾਲਾਂ ਤੋਂ ਟੁੱਟਣਾ ਜੇ, ਦੂਰ ਹੋਣਾ ਜੇ, ਤੇ ਗੁਰੂ ਦੀ ਆਗਿਆ ਵਿੱਚ ਆ ਜਾ, ਉਹਦੀ ਰਜ਼ਾ ਵਿੱਚ ਆ ਜਾ। ਤੇ ਰਜ਼ਾ ਵੀ ਉਹਦੀ ਤਰ੍ਹਾਂ ਤਰ੍ਹਾਂ ਦੀ ਏ। ਫਿਰ ਕਹਿੰਦੇ ਉਹਨੂੰ ਵੀ ਸਮਝਣਾ ਪੈਂਦਾ ਹੈ ਕਿ ਕਿਹੜੀ ਰਜ਼ਾ ਹੈ ਮਾਲਕ ਦੀ। ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ, ਹੁਕਮ ਮਿਲੇ ਵਡਿਆਈ। ਹੁਕਮੀ ਉਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਏ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪੁਆਈਏ। ਉਹ ਵੀ ਹੁਕਮ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਸਾਰਾ ਸੰਸਾਰ ਹੀ ਹੁਕਮ ਵਿੱਚ, ਕੋਈ ਬਾਹਰ ਨਹੀਂ। ਪਰ ਗੁਰੂ ਸਾਹਿਬ ਕਹਿੰਦੇ ਨਾਨਕ ਹੁਕਮੇ ਜੇ ਬੁੱਝੇ। ਭਾਈ ਜਿਹੜਾ ਹੁਕਮ ਰਜਾਈ ਚੱਲਣਾ ਹੈ ਨਾ,
ਜੇ ਉਸ ਹੁਕਮ ਨੂੰ ਬੁੱਝ ਲੇਗਾ ਤੇ ਉਸ ਬੰਦੇ ਦੇ ਅੰਦਰ ਮੈਂ ਨਹੀਂ ਰਹੇਗੀ, ਫੂ ਨਹੀਂ ਰਹੇਗੀ, ਉਹ ਗਰੀਬੀ ਚ ਆ ਜਾਏਗਾ। ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਈ, ਫਿਰ ਹਉਮੈ ਦੀ ਕੋਈ ਗੱਲ ਨਹੀਂ ਕਰਦਾ ਗੁਰਮੁਖ। ਹੰਕਾਰ ਦੀ ਬਦਬੂ ਨਹੀਂ ਮਾਰਦੀ ਉਹਦੇ ਕੋਲ। ਉਸ ਗੁਰਮੁਖ ਦੇ ਕੋਲੋਂ ਫਿਰ ਗੁਰੂ ਦੀ ਆਗਿਆ ਦੀ, ਗੁਰੂ ਦੀ ਹੁਕਮ ਦੀ ਖੁਸ਼ਬੂ ਆਉਂਦੀ ਹੈ। ਸਾਰੇ ਪੜੋ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਰੋਜ਼ ਰੋਜ਼ ਦੀਆਂ ਕਮਾਈਆਂ ਇਕੱਠੀਆਂ ਕਰੋ, ਥੋੜਾ ਥੋੜਾ ਜੋੜ ਕੇ ਬਹੁਤਾ ਹੁੰਦਾ ਹੈ, ਕੌਡੀ ਕੌਡੀ ਜੋੜ ਕੇ ਲੱਖ ਕਰੋੜ ਹੁੰਦਾ ਹੈ। ਇਹ ਸੱਚਾ ਧਨ ਬੰਨੀ ਜਾਵੋ ਪੱਲੇ। ਗੁਰੂ ਸਾਹਿਬ ਮੋਹਰ ਲਾਉਂਦੇ, ਝੂਠਾ ਸਾਨੂੰ ਦਿਸਦਾ, ਸੱਚਾ ਸੱਚੇ ਦੇ ਕੋਲ ਕੀਮਤ ਪੈਂਦੀ ਹੈ। ਕਹਿੰਦੇ ਤੂੰ ਪਾਠ ਪੂਜਾ ਸਿਮਰਨ ਕਰੀ ਜਾ, ਨਾਮ ਜਪੀ ਜਾ, ਬਾਣੀ ਪੜ੍ਹੀ ਜਾ। ਇਸ ਚੀਜ਼ ਦਾ ਗਾਹਕ ਕੋਈ ਮਹਾਂਪੁਰਸ਼ ਤੈਨੂੰ ਜ਼ਿੰਦਗੀ 'ਚ ਮਿਲੇਗਾ ਤੇ ਸਾਰੇ ਦੀ ਕੀਮਤ ਪੈ ਜਾਏਗੀ। ਆਖੋ ਰਾਮ ਪਦਾਰਥ ਪਾ ਕੇ ਕਬੀਰਾ ਗਾਂਠ ਨਾ ਕੋਲ, ਨਹੀਂ ਪੱਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋੜ। ਕੋਈ ਆਏ ਮਿਲੇ ਗੋ ਗਾਹਕ ਕੋ ਲੈ ਗੋ ਮਹਿੰਗੇ ਮੋੜ। ਬਹੁਤ ਮਹਿੰਗੀ ਤੇਰੀ ਵਸਤੂ ਵਿਕੇਗੀ ਜਦੋਂ ਕੋਈ ਮਹਾਂਪੁਰਸ਼ ਕਮਾਈ ਵਾਲੇ ਮਿਲਣਗੇ। ਕਮਾਈ ਕਰੀ ਜਾ, ਬਚਨ ਕਮਾਈ ਕਰੀ ਜਾ, ਸਿਮਰਨ ਕਰੀ ਜਾ, ਪਾਠ ਕਰੀ ਜਾ। ਜਿੰਨੀ ਕਮਾਈ ਕਰ ਸਕਦਾ ਓਨੀ ਕਰ। ਬਾਬਾ ਜੀ ਨੂੰ ਕਿਸੇ ਨੇ ਕਿਹਾ ਸੀ ਜੀ ਕਿੰਨਾ ਕੁ ਕਰਾਂ ਪਾਠ ਸਿਮਰਨ, ਕਿੰਨਾ ਕੁ ਪਰਮੇਸ਼ਰ ਨੂੰ ਜਪਾਂ? ਕਹਿੰਦੇ ਜਿੰਨਾ ਜ਼ੋਰ ਲੱਗਦਾ, ਜਿੰਨਾ ਵੱਧ ਤੋਂ ਵੱਧ ਕਰ ਸਕਦਾ, ਜਿੰਨਾ ਜ਼ਿਆਦਾ ਕਰ ਸਕਦਾ ਓਨਾ ਹੀ ਕਰ ਪਾਈ। ਗੱਡੀ ਸਟੇਸ਼ਨ ਤੇ ਆ ਗਈ, ਹੁਣ ਵਾਹ ਲਾ ਦੇ ਭੱਜਣ ਵਾਲੀ ਕਿ ਮੈਂ ਗੱਡੀ ਨੂੰ ਫੜ ਲਾਂ। ਹੁਣ ਜਿੰਨਾ ਵੀ ਤੇਥੋਂ ਜ਼ੋਰ ਲੱਗਦਾ ਨਾ, ਜਿੰਨਾ ਵੀ ਜਪ ਸਕਦਾ ਹੈ, ਜਪਾ ਸਕਦਾ ਹੈ, ਸੰਗੀ ਸਾਥੀ ਸਗਲ ਤਰਾਈ ਸਾਰਿਆਂ ਨੂੰ ਨਾਲ ਲੈ ਕੇ ਸਿਮਰਨ ਕਰਨ ਦੀਆਂ ਬਰਕਤਾਂ। ਗੁਰੂ ਸਾਹਿਬ ਨੇ ਕਿਹਾ ਅੰਮ੍ਰਿਤ ਵੇਲੇ ਦਾ ਧਨ ਬੜਾ ਹੀ ਕੀਮਤੀ।
ਭਾਈ ਗੁਰਸ਼ਨ ਸਿੰਘਾਂ ਨੇ ਅੰਮ੍ਰਿਤ ਵੇਲਾ ਸ਼ੁਰੂ ਕੀਤਾ ਹੈ ਲੁਧਿਆਣੇ ਵਿੱਚ। ਜਿਹੜੀਆਂ ਵੀ ਸੰਪਰਦਾਵਾਂ ਨੇ, ਮਹਾਂਪੁਰਸ਼ਾਂ ਨੇ ਪੱਕੇ ਤੌਰ ਤੇ ਨੇਮ ਨਿਯਮ ਨਾਲ, ਪੱਕੇ ਇਰਾਦੇ ਨਾਲ ਅੰਮ੍ਰਿਤ ਕੀਤੇ ਆ, ਉਹਨਾਂ ਨੂੰ ਗੁਰੂ ਸਾਹਿਬ ਦਿਨੋਂ ਦਿਨ ਚੜ੍ਹਦੀਆਂ ਹੀ ਕਲਾ ਬਖਸ਼ਦੇ। ਭਾਈ ਜਸਵੀਰ ਸਿੰਘ ਸੀ ਖੰਨੇ ਵਾਲੇ, ਸੰਭਾਲਦੇ ਸੀ ਸੰਗਤ ਨਾਲ ਅੰਮ੍ਰਿਤ ਵੇਲਾ। ਬੰਬੇ ਤੋਂ ਇਹ ਭਾਈ ਗੁਰਪ੍ਰੀਤ ਸਿੰਘ, ਬਾਬਾ ਖੇਮ ਸਿੰਘ ਜੀ ਮਹਾਂਪੁਰਖਾਂ ਨੇ ਸਾਨੂੰ ਭੇਜਿਆ ਸੀ ਸਾਰੀ ਸੰਗਤ ਨੂੰ ਉੱਥੇ ਅੰਮ੍ਰਿਤ ਵੇਲਾ ਸ਼ੁਰੂ ਕਰਾਉਣ ਵਾਸਤੇ। ਉਹਨਾਂ ਨੇ ਸੰਭਾਲਿਆ। ਅੰਮ੍ਰਿਤ ਵੇਲੇ ਦੇ ਨਾਂ ਦੀ ਟਰਸਟ ਬਣਾਇਆ। ਭਾਈ ਗੁਰਸ਼ਰਨ ਸਿੰਘ ਜੀ ਰੋਜ਼ ਅੰਮ੍ਰਿਤ ਵੇਲਾ ਸੰਭਾਲਦੇ ਆ। ਫਿਰ ਅੰਮ੍ਰਿਤ ਪ੍ਰਾਪਤ ਹੁੰਦਾ ਹੈ ਜਿਹੜੇ ਵੇਲੇ ਨੂੰ ਸੰਭਾਲੋ। ਗੁਰੂ ਸਾਹਿਬ ਕਹਿੰਦੇ ਵੀ ਸਾਡੀ ਭੇਟਾ ਇੱਕੋ ਹੀ ਹੈ, ਸਾਚਾ ਸਾਹਿਬ ਸਾਚ ਨਾਏ ਪਾਓ ਪਾਰ, ਆਖੇ ਮੰਗੇ ਦੇ ਦੇ, ਦਾਤ ਕਰੇ ਦਤਾਰ। ਉਹ ਸੱਚਾ ਸਾਹਿਬ ਹੈ, ਉਹਦੀ ਸੱਚੀ ਵਡਿਆਈ, ਉਹਦੀ ਭਾਖਿਆ ਦਾ ਕੋਈ ਅੰਤ ਨਹੀਂ। ਕਿੰਨੀਆਂ ਤਰ੍ਹਾਂ ਲੋਕੀ ਉਹਨੂੰ ਯਾਦ ਕਰ ਰਹੇ, ਕਿੰਨੇ ਕੁ ਨਾਮ ਲਈਏ। ਆਖੇ ਮੰਗੇ ਦੇ ਦੇ, ਦਾਤ ਕਰੇ ਦਤਾਰ। ਆਖਦੇ ਨੇ, ਮੰਗਦੇ ਨੇ, ਦਾਤਾ ਦੀ ਜਾਂਦਾ ਪਰਮਾਤਮਾ। ਕਹਿੰਦੇ ਫਿਰ ਆਖਿਆ ਵੀ ਇਹ ਤਾਂ ਸਭ ਕੁਝ ਠੀਕ ਹੈ, ਤੇਰਾ ਨਾਮ, ਤੇਰਾ ਸੱਚਾ ਹੈ, ਤੇਰੀ ਵਡਿਆਈ ਸੱਚੀ ਹੈ, ਤੇਰੇ ਨਾਵਾਂ ਦਾ ਕੋਈ ਅੰਤ ਨਹੀਂ, ਸਾਰੀ ਦੁਨੀਆ ਤੈਨੂੰ ਜਪਦੀ ਹੈ। ਤੇ ਮੈਨੂੰ ਮਾਲਕ ਦੱਸ, ਮੈਂ ਤੇਰੇ ਅੱਗੇ ਕਿਹੜੀ ਭੇਟਾ ਰੱਖਾਂ ਤੇ ਕਿਹੜੇ ਮੂੰਹੋਂ ਜ਼ੁਬਾਨ ਚੋਂ ਬੋਲਾਂ। ਮੈਨੂੰ ਇੰਨੀ ਕੁ ਸਮੱਤ ਦੇ ਦੇ। ਤੂੰ ਕਿਸ ਪ੍ਰਸ਼ਾਦ ਤੇ, ਕਿਸ ਭੇਟਾ ਤੇ, ਕਿਸ ਚੀਜ਼ ਤੇ ਪ੍ਰਸੰਨ ਹੈ, ਮੈਂ ਉਹੀ ਭੇਟਾ ਤੇਰੇ ਅੱਗੇ ਰੱਖਾਂ। ਤੇ ਜ਼ਬਾਨੋਂ ਬੋਲ ਉਹੀ ਬੋਲਣੇ ਜਿਹੜੇ ਤੈਨੂੰ ਚੰਗੇ ਲੱਗਦੇ ਆ, ਮਿੱਠੇ ਲੱਗਦੇ ਆ, ਪਿਆਰੇ ਲੱਗਦੇ ਆ। ਦੋ ਚੀਜ਼ਾਂ, ਦੋ ਬੇਨਤੀਆਂ ਕੀਤੀਆਂ ਨੇ ਵੀ ਬੋਲ ਵੀ ਉਹ ਬੋਲਾਂ ਜਿਹੜੇ ਤੈਨੂੰ ਮਿੱਠੇ ਲੱਗਣ, ਭੇਟਾ ਵੀ ਉਹ ਰੱਖਾਂ ਜਿਹੜੀ ਮਾਲਕਾ ਤੂੰ ਚਾਹਵੇਂ, ਜਿੰਦੇ ਤੋਂ ਤੂੰ ਪ੍ਰਸੰਨ ਹੋਵੇਂ। ਫਿਰ ਕੇ ਅੱਗੇ ਰੱਖੀਏ ਜਿਦ ਦਿਸੇ ਦਰਬਾਰ, ਮੂੰਹ ਕਹਿ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ। ਤੇ ਅੱਗੋਂ ਫਿਰ ਜਵਾਬ ਆਇਆ ਹੈ ਕਿ ਭਾਈ ਜੇ ਤੂੰ ਮੇਰੀ ਮਨਪਸੰਦ ਦੀ, ਮੇਰੀ ਖੁਸ਼ੀ ਦੀ ਭੇਟਾ ਦੇਣੀ ਚਾਹੁੰਦਾ ਹੈ, ਮੈਨੂੰ ਜਿਹੜੇ ਚੰਗੇ ਬੋਲ ਲੱਗਣੋਂ ਤੂੰ ਬੋਲਣੇ ਨੇ, ਤੇ ਫਿਰ ਮੇਰੇ ਕੋਲ ਮੈਂ ਤਾਂ ਇੱਕੋ ਹੀ ਭੇਟਾ ਦਾ ਗਾਹਕ ਆ, ਨਾ ਪਦਾਰਥਾਂ ਦਾ, ਨਾ ਬਿਲਡਿੰਗਾਂ ਦਾ, ਨਾ ਸੋਨੇ ਚਾਂਦੀ ਦਾ, ਨਾ ਹੀਰੇ ਮੋਤੀਆਂ ਦਾ। ਮੈਂ ਤਾਂ ਇੱਕੋ ਹੀ ਮੰਗਦਾ ਕਿ ਮੈਨੂੰ ਅੰਮ੍ਰਿਤ ਵੇਲਾ ਦੇ ਦੇ, ਸਿੱਖਾ ਜੇ ਦੇਣਾ ਹੀ ਤਾਂ। ਰੱਖੜਾ ਸੌਣ ਵਾਲਾ ਵੇਲਾ ਵੀ, ਰੱਖੜਾ ਸਾਰਾ ਕੰਮ ਕਰਨ ਵਾਲਾ ਵੇਲਾ ਵੀ, ਜਿੰਨੇ ਵੇਲੇ ਬਾਕੀ ਸਾਰੇ ਰੱਖ ਲਾ, ਸਿਰਫ ਮੈਨੂੰ ਅੰਮ੍ਰਿਤ ਵੇਲਾ ਦੇ ਦੇ। ਤੇ ਆ ਜਿਹੜੇ ਸੱਚੇ ਬੋਲ ਇਹ ਗੁਰਬਾਣੀ ਦੇ ਮੈਨੂੰ ਇਹ ਦੇ ਦੇ, ਜਿਹੜੇ ਮੇਰੇ ਬੋਲੇ ਹੋਏ ਨੇ। ਆਖੋ ਤੁਰ ਕੀ ਬਾਣੀ ਦੀ। ਕਹਿੰਦੇ ਆ ਬੋਲ ਮੈਂ ਸੁਣਨੇ ਚਾਹਣਾ, ਤੇ ਇਹ ਅੰਮ੍ਰਿਤ ਵੇਲਾ ਮੈਂ ਚਾਹਣਾ। ਬਸ ਦੋ ਚੀਜ਼ਾਂ ਸਿੱਖਾ ਜੇ ਦੇਣੀਆਂ ਹੀ ਭੇਟਾ, ਤੇ ਫਿਰ ਦੇ ਦੇ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਤੇ ਯਾਦ ਰੱਖੀ ਤੈਨੂੰ ਕਰਮਾਂ ਨਾਲ ਸਭ ਕੁਝ ਮਿਲਿਆ ਇਸ ਧਰਤੀ ਤੇ, ਤੇ ਬੇੜੇ ਪਾਰ ਹੋਣੇ ਉਹਦੀ ਨਜ਼ਰ ਨਾਲ। ਤੇ ਫਿਰ ਬਾਬਾ ਕਹਿੰਦਾ ਮੇਰੀ ਤੇਰੇ ਤੇ ਨਜ਼ਰ ਹੈ। ਆਖੋ ਸੀ ਵਾਹਿਗੁਰੂ। ਜੇ ਤੂੰ ਅੰਮ੍ਰਿਤ ਵੇਲਾ ਮੈਨੂੰ ਦੇਗਾ, ਸੱਚੇ ਬੋਲ ਬੋਲੇਗਾ, ਤੇ ਫਿਰ ਮੇਰੀ ਨਜ਼ਰ ਤੇਰੇ ਤੇ ਹੀ ਹੈ। ਆਖੋ ਸੀ
ਤੇ ਉਹ ਨਦਰ ਜਿਹੜੀ ਨਜ਼ਰੀ ਨਜ਼ਰ ਨਿਹਾਲ ਹੀ ਕਰੀ ਜਾਂਦੀ ਹੈ, ਜਿਹੜੀ ਬਖਸ਼ਿਸ਼ਾਂ ਹੀ ਵੰਡੀ ਜਾਂਦੀ, ਜਿਹੜੀ ਝੋਲੀਆਂ ਹੀ ਭਰੀ ਜਾਂਦੀਆਂ। ਬੜੇ ਕੀਮਤੀ ਬੋਲ ਹੁੰਦੇ ਨੇ ਜਿਹੜੇ ਸਭ ਤੋਂ ਸਿਰਮੌਰ ਹੋਣ। ਇਹ ਜਪਜੀ ਸਾਹਿਬ ਦੀ ਬਾਣੀ ਸਿਰਮੌਰ ਹੈ ਤੇ ਪਹਿਲੀਆਂ 4 ਪੌੜੀਆਂ ਦੇ ਵਿੱਚ ਗੁਰੂ ਸਾਹਿਬ ਨੇ ਇਹ ਪਹਿਲੀ ਮੰਗ ਤੇ ਪਹਿਲੀ ਦੱਸਿਆ ਕਿ ਮੈਨੂੰ ਕੀ ਚਾਹੀਦਾ, ਮੈਂ ਕੀ ਚਾਹੁੰਦਾ, ਮੇਰੀ ਕੀ ਇੱਛਾ, ਕਿਹੜੀ ਭੇਟਾ ਤੂੰ ਮੈਨੂੰ ਦੇਣੀ। ਸਭ ਤੋਂ ਵੱਡੇ ਉਹ ਧਨੀ ਨੇ, ਸ਼ਾਹ ਨੇ, ਜਿਨ੍ਹਾਂ ਨੇ ਸਬਾਹੀ ਸਲਾਹਾ ਜਿੰਨੀ ਧਿਆਇਆ ਇੱਕ ਮਨ ਸੇਈ ਪੂਰੇ ਸ਼ਾਹ ਵਕਤੇ ਉੱਪਰ ਲੜ ਮੂਏ। ਕਿੰਨਾ ਘੇਰਦੀ ਨਿੰਦਰ, ਕਿੰਨਾ ਘੇਰਦਾ ਦਲਿੱਦਰ, ਕਿੰਨੀਆਂ ਘੇਰਦੀਆਂ ਨੇ ਕਾਰੋਬਾਰ ਦੀਆਂ ਸੋਚਾਂ। ਉਹ ਸਵੇਰੀ ਆਣ ਕੇ ਚੰਬੜਦੀਆਂ ਨੇ ਕਿ ਆਹ ਕਮਾਵਾਂਗੇ, ਆਹ ਕਰਾਂਗੇ, ਆਹ ਵਿਉਤਬੰਦੀ ਕਰਾਂਗੇ। ਉਹ ਅੰਮ੍ਰਿਤ ਵੇਲੇ ਹੀ ਆਣ ਕੇ ਘੇਰਾ ਪਾਉਂਦੀਆਂ ਨੇ। ਕਹਿੰਦੇ ਨੇ ਬਹੁਤ ਦਲਿੱਦਰ ਆਲਸ, ਇਹ ਜਿਹੜਾ ਵਕਤ ਹੈ ਨਾ, ਕਹਿੰਦੇ ਵਕਤ ਦੇ ਉੱਤੇ ਲੜਾਈ ਕਰ। ਹੁਣ ਦਲਿੱਦਰ ਆਉਂਦਾ ਤੇ ਉਹਨੂੰ ਮਾਰ, ਸੋਚਾਂ ਆਉਂਦੀਆਂ ਉਹਨੂੰ ਮਾਰ, ਕੋਈ ਕੰਮਕਾਰ ਧੰਦੇ ਸਾਹਮਣੇ ਆਉਂਦੇ ਨੇ ਉਹਨੂੰ ਮਾਰ। ਕਹਦੇ ਅੰਮ੍ਰਿਤ ਵੇਲੇ ਦਾ ਕਿਸੇ ਤੇ ਹੱਕ ਹੀ ਨਹੀਂ, ਮੇਰਾ ਵੀ ਕੋਈ ਹੱਕ ਨਹੀਂ, ਇਹ ਮੇਰੇ ਮਾਲਕ ਦਾ ਹੈ ਅੰਮ੍ਰਿਤ ਵੇਲਾ, ਇਹਦੇ ਤੇ ਮੈਨੂੰ ਕੋਈ ਹੱਕ ਨਹੀਂ। ਇਸ ਦੇਹੀ ਤੋਂ ਅੰਮ੍ਰਿਤ ਵੇਲਾ ਗੁਰੂ ਸਾਹਿਬ ਨੇ ਲਿਆ ਤੇ ਸੱਚਾ ਨਾਮ ਵਡਿਆਈਆਂ ਕਰ, ਵਿਚਾਰ ਕਰ। ਅੰਮ੍ਰਿਤ ਵੇਲੇ ਵਡਿਆਈਆਂ ਕਰ, ਵਿਚਾਰ ਕਰ। ਕਰਮਾਂ, ਤੇਰੇ ਕਰਮਾਂ ਨੇ ਸਾਥ ਦਿੱਤਾ ਤੇ ਆਹ ਕੱਪੜਾ ਲੈ ਕੇ ਤੂੰ ਸੰਸਾਰ ਚ ਆਇਆ, ਸਰੀਰ ਰੂਪੀ ਕੱਪੜਾ, ਤੇ ਇਹ ਕੱਪੜਾ ਫਟਣ ਵਾਲਾ। ਜਿਹੜਾ ਤੇਰਾ ਕਰਮਾਂ ਨੇ ਸਾਥ ਦਿੱਤਾ, ਤੈਨੂੰ ਭਾਂਡਾ ਮਿਲਿਆ, ਸਰੀਰ ਮਿਲਿਆ, ਦੇਹੀ ਮਿਲੀ, ਇਹ ਭਾਈ ਸਾਰੇ ਨਾਸਵੰਤ ਨੇ। ਇਹਦੇ ਵਿੱਚ ਮਾਲਕ ਦੀ ਨਜ਼ਰ ਲੈ ਲਾ, ਆਖੋ ਉਹਦਾ ਪਿਆਰ ਲੈ ਲਾ, ਉਹਦੀ ਦ੍ਰਿਸ਼ਟੀ ਲੈ ਲਾ, ਮਾਲਕ ਦੀ ਨਜ਼ਰ ਲੈ ਲਾ ਗੁਰੂ ਨਾਨਕ ਸਾਹਿਬ ਦੀ। ਬਸ ਇੱਕੋ ਹੀ ਯਾਦ ਕਰ ਕੇ ਅੰਮ੍ਰਿਤ ਵੇਲਾ ਏ ਤੇ ਮੈਂ ਗੁਰੂ ਦੇ ਨਾਲ ਗੁਜ਼ਾਰਾਂ। ਸਾਰੇ ਵੇਲੇ ਗੁਜ਼ਾਰੀ ਜਾ, ਕਾਰੋਬਾਰ ਨਾਲ ਸਮਾਂ ਗੁਜ਼ਾਰ, ਮਿੱਤਰਾਂ ਦੋਸਤਾਂ ਨਾਲ ਸਮਾਂ ਗੁਜ਼ਾਰ, ਖਾਣ ਪੀਣ ਨਾਲ ਸਮਾਂ ਗੁਜ਼ਾਰ, ਕੱਪੜੇ ਪਾਉਣ ਨਾਲ ਸਮਾਂ ਗੁਜ਼ਾਰ, ਆਪਣੇ ਪਰਿਵਾਰ ਦੇ ਬੱਚਿਆਂ ਨਾਲ ਸਮਾਂ ਗੁਜ਼ਾਰ। ਪਰ ਜਿਹੜਾ ਅੰਮ੍ਰਿਤ ਵੇਲਾ ਹੈ ਉਹ ਗੁਰੂ ਨਾਲ ਹੀ ਗੁਜ਼ਾਰ। ਆਖੋ ਸੀ ਉਹ ਤੇਰੇ ਗੁਰੂ ਨਾਲ ਗੁਜ਼ਰੀ। ਸਾਰੇ ਵੇਲੇ ਤੇਰੇ ਕੋਲ ਹੈਗੇ ਆ, ਜਿੱਥੇ ਜੀ ਕਰਦਾ ਜਿੱਥੋਂ ਵੇਲਾ ਗੁਜ਼ਾਰੀ ਜਾ। ਪਰ ਬਾਬਾ ਨੰਦ ਸਿੰਘ ਜੀ ਮਹਾਰਾਜ ਜਾ ਰਹੇ ਰੋਡ ਤੇ, ਬੜੀ ਕਾਹਲੀ ਹੈ, ਹੁਕਮ ਹੋ ਗਿਆ ਪੁੱਛੋ ਵਾਲਿਆਂ ਦਾ ਕਿ ਰਾਜਾ ਸਾਡਾ ਸੰਗੀ ਹੈ ਪਿਛਲੇ ਜਨਮਾਂ ਦਾ, ਅਸੀਂ ਬਚਨ ਦਿੱਤਾ ਸੀ ਤੇਰਾ ਅੰਤ ਵੇਲਾ ਸੰਭਾਲਾਂਗੇ। ਬਾਬਾ ਜੀ ਨੂੰ ਹੁਕਮ ਹੋ ਗਿਆ, ਜਾਓ ਜਾਓ, ਰਾਜੇ ਦਾ ਅੰਤ ਵੇਲਾ, ਪਹੁੰਚੋ ਛੇਤੀ ਪਟਿਆਲੇ। ਬਾਬਾ ਜੀ, ਬਾਬਾ ਨੰਦ ਸਿੰਘ ਜੀ, ਬਾਬਾ ਜੀ ਵੱਡੇ ਦਰਗਾਹ ਨੂੰ ਚਲੇ ਗਏ ਸੀ। ਬਾਬਾ ਨੰਦ ਸਿੰਘ ਜੀ ਫਿਰ ਇੱਧਰ ਪਾਕਿਸਤਾਨ ਨੂੰ ਚੱਲੇ ਤੇ ਇੱਥੇ ਗੱਡੀ ਸੀ, ਬਾਬਾ ਮਾਹਰ ਨਾਮ ਸਿੰਘ ਜੀ ਹੈ ਨਹੀਂ ਸੀ, ਬਾਬਾ ਵਧਾਵਾ ਸਿੰਘ ਜੀ ਹੈਗੇ ਸੀ। ਉਹਨਾਂ ਨੂੰ ਮੱਥਾ ਟੇਕ ਕੇ ਉਹਨਾਂ ਤੋਂ ਹੀ ਛੁੱਟੀ ਲੈ ਕੇ ਜੀ ਸਾਨੂੰ ਹੁਕਮ ਹੈ ਜਲਦੀ ਪਹੁੰਚਣ ਦਾ। ਬਾਬਾ ਜੀ ਰਾਤੀ ਤੁਰ ਪਏ ਤੇ ਅੰਮ੍ਰਿਤ ਵੇਲਾ ਅੱਗੇ ਜਾ ਕੇ ਬਿੱਲੇ ਵਾਲੀ ਨਹਿਰ ਆਉਂਦੀ ਹੈ, ਭਦੌੜ ਦੇ ਅੱਗੇ ਜਾ ਕੇ
ਉੱਥੇ ਜਾ ਕੇ ਅੰਮ੍ਰਿਤ ਵੇਲਾ ਹੋ ਗਿਆ। ਰਾਤੀ ਤੁਰ ਪਏ ਬਾਬਾ ਜੀ ਕੀਰਤਨ ਸੋਲੇ ਦੇ ਨਾਲ ਹੀ। ਹੁਣ 2-2.5 ਘੰਟੇ ਬਾਅਦ ਬਾਬਾ ਜੀ ਦਾ ਅੰਮ੍ਰਿਤ ਵੇਲਾ ਹੋ ਗਿਆ। 12 ਇੱਕ ਇਸ਼ਨਾਨ ਕਰਦੇ ਸੀ। ਜਦੋਂ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਿਆ, ਬਾਬਾ ਜੀ ਨੇ ਉਦੋਂ ਤੋਂ ਹੀ ਅੰਮ੍ਰਿਤ ਵੇਲਾ ਮੰਨਿਆ ਕਿ 12 ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਆ ਗਏ ਧਰਤੀ ਤੇ ਸਾਡਾ ਜਿਹੜਾ ਹੁਣ ਵੇਲਾ ਹੈ ਅੰਮ੍ਰਿਤ ਵੇਲਾ, ਇਹ ਹੈ 12 ਤੋਂ ਬਾਅਦ। ਆਖੋ ਸ੍ਰੀ ਵਾਹਿਗੁਰੂ। ਇਹਨੂੰ ਪਿਛਲੀ ਰਾਤ ਗਏ। ਪਹਿਲੀ 12 ਤੋਂ ਪਹਿਲੋਂ 6 ਤੋਂ 12, ਪਿਛਲੀ ਰਾਤ 12 ਤੋਂ 6। ਬਾਬਾ ਜੀ ਨੇ ਉੱਥੇ ਫਿਰ ਇਸ਼ਨਾਨ ਕੀਤਾ ਨਹਿਰ ਦੇ। ਇਸ਼ਨਾਨ ਕਰਕੇ ਫਿਰ ਆਪਣੀ ਨਿਤਨੇਮ ਚ ਹੋ ਗਏ, ਸਮਾਧੀ ਚ ਹੋ ਗਏ ਕਿ ਭਾਈ ਅੰਮ੍ਰਿਤ ਵੇਲਾ ਹੈ, ਇਹ ਗੁਰੂ ਨੂੰ ਦਿੱਤਾ ਹੋਇਆ। ਇਹਦੇ ਤੇ ਨੀਂਦਰ ਦਾ ਕੋਈ ਹੱਕ ਨਹੀਂ, ਖਾਣ ਪੀਣ ਦਾ ਕੋਈ ਹੱਕ ਨਹੀਂ, ਪਦਾਰਥਾਂ ਦਾ ਗੱਪਾਂ ਮਾਰਨ ਦਾ ਕਿਸੇ ਦਾ ਹੱਕ ਨਹੀਂ। ਇਹਦੇ ਤੇ ਤਾਂ ਇੱਕੋ ਹੀ ਹੱਕ ਹੈ ਮੇਰੇ ਗੁਰੂ ਦਾ। ਵਾਹਿਗੁਰੂ 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 ਵਾਹਿਗੁਰੂ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ। ਆਦਿ ਸਚ ਜੁਗਾਦਿ ਸਚ ਹੈ ਪੀ ਸਚ, ਨਾਨਕ ਹੋਸੀ ਪੀ ਸਚ। ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ। ਆਦਿ ਸਚ ਜੁਗਾਦਿ ਸਚ ਹੈ ਪੀ ਸਚ, ਨਾਨਕ ਹੋਸੀ ਪੀ ਸਚ। ਗੁਰੂ ਦਾ ਹੁਕਮ ਹੈ ਅੰਮ੍ਰਿਤ ਵੇਲਾ ਨਾਮ ਜਪਣ ਦਾ। ਜੇ ਰੱਬ ਦਾ ਹੁਕਮ ਆ ਜੇ ਤੁਹਾਨੂੰ ਕਿ ਆਓ, ਉਹਨੇ ਇਹ ਨਹੀਂ ਵੇਖਣਾ ਵੀ ਤੂੰ ਸੁੱਤਾ ਹੈ ਕਿ ਜਾਗਦਾ ਹੈ। ਸੁੱਤਿਆਂ ਦੇ ਵੀ ਸਵਾਸ ਚਲੇ ਜਾਂਦੇ। ਉਹਨੇ ਇਹ ਨਹੀਂ ਵੇਖਣਾ ਤੂੰ ਘਰੇ ਹੈ ਕਿ ਬਾਹਰ ਹੈ। ਉਹਨੇ ਇਹ ਨਹੀਂ ਵੇਖਣਾ ਤੂੰ ਖਾ ਰਿਹਾ ਕਿ ਲੈਟਰਿਨ ਬਾਥਰੂਮ 'ਚ ਵੜਿਆ, ਉੱਥੇ ਵੀ ਲੈ ਜਾਏਗਾ। ਕਿਧਰੇ ਵੀ ਹੋਵੇ, ਜਦੋਂ ਰੱਬ ਦਾ ਹੁਕਮ ਆ ਗਿਆ ਨਾ, ਚਲੋ ਸ਼ਤਾਬ ਦੀਵਾਨ ਬੁਲਾਇਆ, ਚੱਲ ਦਰ ਹਾਲ। ਐਸੇ ਹਾਲ 'ਚ ਤੁਰ, ਐਸੇ ਸਮੇਂ ਚੱਲ ਦਰ ਹਾਲ। ਜਿਸ ਹਾਲਤ ਵਿੱਚ ਤੂੰ ਹੈਗਾ ਇਸੇ ਜੀ ਚੱਲ। ਤੇ ਅੰਮ੍ਰਿਤ ਵੇਲੇ ਦਾ ਵੀ ਜਦੋਂ ਹੁਕਮ ਆਉਂਦਾ ਨਾ, ਫਿਰ ਇਵੇਂ ਅੰਮ੍ਰਿਤ ਵੇਲੇ 'ਚ ਗੁਰੂ ਦੇ ਚਰਨਾਂ 'ਚ ਹਾਜ਼ਰ ਹੋ ਜਾ ਕਰੋ। ਜਿਸ ਹਾਲ ਵਿੱਚ ਜੇ, ਸਫ਼ਰ ਵਿੱਚ ਜੇ, ਘਰ ਵਿੱਚ ਜੇ, ਬਾਹਰ ਜੇ, ਕੋਠੇ ਤੇ ਥੱਲੇ ਜੇ, ਬਸ ਹੁਕਮ ਆ ਗਿਆ ਗੁਰੂ ਦਾ ਅੰਮ੍ਰਿਤ ਵੇਲੇ ਦਾ। ਇਹ ਉਹ ਉਸ ਹੁਕਮ ਤੋਂ ਕਰੜਾ ਹੈ। ਆਖੋ ਜਿਹੜਾ ਧਰਮਰਾਜ ਦਾ ਹੁਕਮ ਹੈ ਨਾ, ਲਿਆਓ, ਤੇ ਇਹ ਮੇਰੇ ਮਾਲਕ ਦਾ ਹੁਕਮ ਹੈ, ਉਠਾਓ। ਆਖੋ ਸੀ ਵਾਹਿਗੁਰੂ। ਧਰਮਰਾਜ ਦਾ ਹੁਕਮ ਹੈ ਜਮਾਂ ਨੂੰ ਲਿਆਓ, ਤੇ ਮੇਰੇ ਮਾਲਕ ਦਾ ਹੁਕਮ ਹੈ ਸ਼ਹੀਦ ਸਿੰਘਾਂ ਨੂੰ ਉਠਾਓ। ਇਹਨੂੰ ਭਾਈਆਂ ਦਾ ਅੰਮ੍ਰਿਤ ਵੇਲਾ। ਸਬਾਹੀ ਸਲਾਹ ਜਿੰਨੀ ਤਿਆਹਾ ਇੱਕ ਮਨ, ਸਹੀ ਪੂਰੇ ਸ਼ਾਹ ਵਕਤੇ ਉੱਪਰ ਚੱਲ ਦਰ ਹਾਲ। ਚਲੋ ਸ਼ਤਾਬ ਹਰ ਫਰਮਾਨ ਦਰਗੇ ਕਾ ਹੈ। ਜਿਸ ਹਾਲ ਵਿੱਚ, ਜਿਸ ਤਰ੍ਹਾਂ ਹਸਪਤਾਲ ਪਿਆ ਹੈ, ਘਰ ਵਿੱਚ ਬੈਠਾ ਹੈ, ਕੋਈ ਵੀ। ਮੇਰੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਵੇਲਾ ਆ ਗਿਆ ਤੇ ਉੱਤੋਂ ਦੁਸ਼ਮਣ ਚੜ ਕੇ ਆ ਗਿਆ ਚਾਰੇ ਪਾਸੇ। ਹੁਣ ਦੁਸ਼ਮਣ ਨਾਲ ਨਿਬੜੀਏ ਕਿ ਅੰਮ੍ਰਿਤ ਵੇਲਾ ਕਰੀਏ? ਸਾਰੇ ਕਹਿੰਦੇ ਜੀ ਦੁਸ਼ਮਣ ਨਾਲ ਨਿਬੜੋ, ਮਹਾਰਾਜ ਕਹਿੰਦੇ ਨਹੀਂ ਅੰਮ੍ਰਿਤ ਵੇਲਾ ਕਰੋ। ਮਰ ਜਾਓ, ਮਰਦੇ ਤਾਂ ਆਖੋ ਸੀ। ਵਾਹਿਗੁਰੂ। ਜਾਣ ਦਿਓ, ਜਿਹੜੀਆਂ ਜਾਨਾਂ ਜਾਂਦੀਆਂ ਜਾਣ ਦਿਓ। ਇਹ ਜਾਨਾਂ ਨਹੀਂ ਕੀਮਤੀ, ਅੰਮ੍ਰਿਤ ਵੇਲਾ ਕੀਮਤੀ ਹੈ। ਕਲਗੀਧਰ ਤੋਂ ਪੁੱਛੋ, ਜਾਣ ਤੋਂ ਵੀ ਕੀਮਤੀ, ਜਾਣ ਤੋਂ ਵੀ ਕੀਮਤੀ ਅੰਮ੍ਰਿਤ ਵੇਲਾ ਹੈ। ਆਖੋ ਸੀ ਸੁੱਤਿਆ ਤੂੰ ਜਾਗ, ਕਾਹਨੂੰ ਲੰਮੀਆਂ ਨੇ ਤਾਣੀਆਂ,
ਇਹ ਬੀਤੀਆਂ ਨੇ ਘੜੀਆਂ ਤੇਰੇ ਹੱਥ ਨਹੀਂ ਆਉਣੀਆਂ। ਜੇ ਤੂੰ ਅੱਜ ਤੱਕ ਅੰਮ੍ਰਿਤ ਵੇਲਾ ਗੁਆ ਬੈਠਾ ਹੈ ਨਾ, ਤੇ ਬੜਾ ਕੀਮਤੀ ਸੀ, ਬੜਾ ਮਹਿੰਗਾ ਸੀ। ਇਹੀ ਤੇਰੀ ਔਸਰ, ਇਹੀ ਤੇਰੀ ਬਾਤ। ਜਿਹੜਾ ਤੂੰ ਗਵਾ ਲਿਆ ਨਾ, ਜਿਹੜਾ ਗਿਆ ਸੋ ਗਿਆ, ਅਜਹੂ ਸਮਝ, ਅਜੇ ਸੰਭਾਲ। ਜੋ ਗਵਾ ਚੁੱਕਾ ਹੈ ਠੀਕ ਹੈ, ਪਰ ਕਹਿੰਦੇ ਅਜੇ ਹੁਣੀ ਜਾਗ ਪੋ, ਜਾਗ ਰੇ ਮਨ ਜਾਗਣ ਹਾਰੇ। ਹੁਣੀ ਜਾਗ ਪੋ ਕਿ ਹੁਣ ਨਹੀਂ ਮੈਂ ਜਾਣ ਦੇਣਾ ਅੰਮ੍ਰਿਤ ਵੇਲਾ, ਹੁਣ ਨਹੀਂ ਜਾਣ ਦੇਣਾ। 5 ਵਜੇ ਉੱਠੇਗਾ ਤੇ ਘੰਟਾ ਕੋਈ ਸੰਭਾਲ ਲੇਗਾ ਅੰਮ੍ਰਿਤ ਵੇਲਾ। 4 ਵਜੇ ਉੱਠੇਗਾ ਤੇ 2 ਘੰਟੇ ਸੰਭਾਲ ਲੇਗਾ। 3 ਵਜੇ ਉੱਠੇਗਾ ਤੇ 3 ਘੰਟੇ ਮਿਲ ਜਾਣਗੇ। 2 ਵਜੇ ਉੱਠੇਗਾ 4 ਘੰਟੇ, 1 ਵਜੇ ਉੱਠੇਗਾ 5, 12 ਵਜੇ ਉੱਠੇਗਾ ਤੇ ਪੂਰੇ 6 ਘੰਟੇ ਅੰਮ੍ਰਿਤ ਵੇਲੇ ਦੇ ਤੂੰ ਝੋਲੀ 'ਚ ਪਾ ਲੇਗਾ। ਅੰਮ੍ਰਿਤ ਵੇਲੇ ਜਿੱਥੇ 2.5 ਘੰਟੇ ਅੰਮ੍ਰਿਤ ਵੇਲੇ ਦੇ ਜਿਹੜੇ ਨੇ 2.5 ਘੰਟੇ ਉਹ ਬਹੁਤ ਨੇ। 2.5 ਘੰਟੇ ਜਿਹੜੇ ਨਾ ਅੰਮ੍ਰਿਤ ਵੇਲੇ, ਇਹਨਾਂ ਨੂੰ ਪੂਰੇ ਮੰਨਿਆ ਗਿਆ ਵੀ ਜਿਹਨੇ ਅੰਮ੍ਰਿਤ ਵੇਲੇ 2.5 ਘੰਟੇ ਗੁਰੂ ਨੂੰ ਦੇ ਦਿੱਤੇ ਉਹਨੇ ਸਭ ਕੁਝ ਹੀ ਲੁੱਟ ਲਿਆ। ਪਰ ਮਹਾਂਪੁਰਸ਼ ਕਹਿੰਦੇ ਜੀ ਸਾਡਾ ਨਹੀਂ ਸਰਦਾ, 3 ਘੰਟਿਆਂ ਨਾਲ ਵੀ ਨਹੀਂ ਸਰਦਾ ਜੀ, ਸਾਨੂੰ 4 ਬਖਸ਼ੋ। 4 ਨਾਲ ਹੀ ਸਰਦਾ ਜੀ, 5 ਨਾਲ ਨਹੀਂ ਮਹਾਰਾਜ, 6 ਦੇ 6 ਹੀ ਦੇ ਦਿਓ ਅੰਮ੍ਰਿਤ ਵੇਲੇ ਦੇ। ਅੰਮ੍ਰਿਤ ਵੇਲੇ ਦੇ ਸਾਰੇ ਹੀ ਜਿੰਨੇ ਘੰਟੇ ਘੜੀਆਂ ਨੇ, ਇਹ ਸਾਰੀਆਂ ਮੇਰੀ ਝੋਲੀ 'ਚ ਪਾਓ। 60 ਘੰਟੇ, 60 ਘੜੀਆਂ ਨੇ ਅੰਮ੍ਰਿਤ ਸਾਰੀਆਂ 24 ਘੰਟਿਆਂ ਦੀਆਂ, ਤੇ 12 ਘੰਟਿਆਂ ਦੀਆਂ ਹੈਗੀਆਂ ਨੇ 30 ਘੜੀਆਂ, ਤੇ 6 ਘੰਟਿਆਂ ਦੀਆਂ ਬਣ ਗਈਆਂ 15 ਘੜੀਆਂ। ਜਿੱਥੇ ਇੱਕ ਘੜੀ ਆਦੀ ਖੜੀ ਆਦੀ ਹੂੰ ਫੁਣਿਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਉੱਥੇ ਜਿੰਨੇ 15 ਘੜੀਆਂ ਗੁਰੂ ਦੀਆਂ ਅੰਮ੍ਰਿਤ ਵੇਲੇ ਦੀਆਂ ਝੋਲੀ 'ਚ ਪਵਾ ਲਈਆਂ ਨੇ, ਉਹ ਵਡ ਭਾਗੀ। ਅੰਮ੍ਰਿਤ ਵੇਲਾ ਤੇ ਸੰਧਿਆ ਦਾ ਵੇਲਾ, ਇੱਕ ਪਹਿਲਾ ਪਹਿਰ 6 ਤੋਂ 9, ਤੇ ਇੱਕ ਜਿਹੜਾ ਚੌਥਾ ਪਹਿਰ 3 ਤੋਂ 6 ਸਵੇਰ ਦੇ। ਇਹ ਸੰਭਾਲਣਾ ਸਾਡੇ ਲਈ ਜ਼ਰੂਰੀ ਹੈ। ਜਿੰਨਾ ਸਵੇਰ ਵਾਲਾ ਸੰਭਾਲਣਾ ਜ਼ਰੂਰੀ, ਉਨਾ ਸ਼ਾਮ ਵਾਲਾ ਵੀ ਜ਼ਰੂਰੀ ਹੈ। ਸ਼ਾਮੀ ਪਹਿਲਾ ਪਹਿਰ, ਪਹਿਲੇ ਪਹਿਰੇ ਫੁੱਲ ਬਣਦੇ ਤੇ ਪਿਛਲੇ ਪਹਿਰੇ ਬਣਦੇ ਆ, ਪਿਛਲੀ ਰਾਤ ਬਣਦੇ ਆ ਫਲ, ਫਲ ਵੀ ਪਛਾ ਰਾਤ। ਜੋ ਜਗਨ ਲਹਣ ਸੇ ਸਾਈਂ ਕੰਨੋ ਦਾਤ, ਪੜ ਲੋ ਸੁੱਤਿਆ ਤੂੰ ਜਾਗ, ਕਾਨੂੰ ਲੰਮੀਆਂ ਨੇ ਤਾਂ। ਸੁੱਤਿਆ ਤੂੰ ਜਾਗ ਕਾਤੋਂ, ਲੰਮੀਆਂ ਨੇ ਤਾਣੀਆਂ, ਬੀਤੀਆਂ ਜੋ ਘੜੀਆਂ ਵੇ ਤੇਰੇ ਹੱਥ ਨਹੀਂ ਆਉਣੀਆਂ। ਸੁੱਤਿਆ ਤੂੰ ਜਾਗ, ਲੰਮੀਆਂ ਨੇ ਤਾਣੀਆਂ, ਜੋ ਘੜੀਆਂ ਤੁੜ ਕੇ ਹੱਥ ਨਹੀਂ ਆਉਣੀਆਂ। ਸੁੱਤਿਆ ਤੂੰ ਜਾਗ,
ਸੁਤਿਆ ਤੂੰ ਜਾਗ ਕਾਤੋਂ ਲੰਬੀਆਂ ਨੇ ਤਾਣੀਆਂ ਬੀਤੀਆਂ ਜੋ ਘੜੀਆਂ ਮੁੜ ਕੇ ਹੱਥ ਨਹੀਂ ਆਉਣੀਆਂ ਸੁਤਿਆ ਤੂੰ ਜਾਗ ਕਾਤੋਂ ਲੰਬੀਆਂ ਨੇ ਤਾਣੀਆਂ ਬੀਤੀਆਂ ਜੋ ਘੜੀਆਂ ਮੁੜ ਕੇ ਹੱਥ ਨਹੀਂ ਆਉਣੀਆਂ ਸੁਤਿਆ ਤੂੰ ਸੁਤਿਆ ਤੂੰ ਜਾਗਾ ਤੂੰ ਲੰਬੀਆਂ ਨੇ ਤਾਣੀਆਂ ਲੰਘਦੀਆਂ ਜੋ ਘੜੀਆਂ ਮੁੜ ਕੇ ਹੱਥ ਨਹੀਂ ਆਉਣੀਆਂ ਸੁੱਤਿਆ ਤੂੰ ਜਾਗਾ ਤੂੰ ਲੰਬੀਆਂ ਨੇ ਤਾਣੀਆਂ ਬੀਤੀਆਂ ਜੋ ਘੜੀਆਂ ਮੁੜ ਕੇ ਹੱਥ ਨਹੀਂ ਆਉਣੀਆਂ ਸੁੱਤਿਆ ਤੂੰ ਜਾਗ ਸੁਤਿਆ ਤੂੰ ਜਾਗ ਕਾਤੋਂ ਲੰਮੀਆਂ ਨੇ ਤਾਣੀਆਂ ਬੀਤੀਆਂ ਜੋ ਘੜੀਆਂ ਮੁੜ ਕੇ ਹੱਥ ਨਹੀਂ ਆਉਣੀਆਂ ਸੁਤਿਆ ਤੂੰ ਜਾਗ ਕਾਤੋਂ ਲੰਬੀਆਂ ਨੇ ਤਾਣੀਆਂ ਬੀਤੀਆਂ ਜੋ ਘੜੀਆਂ ਮੁੜ ਕੇ ਹੱਥ ਨਹੀਂ ਆਉਣੀਆਂ ਸੁਤਿਆ ਤੂੰ ਜਾਗ ਅੰਮ੍ਰਿਤ ਵੇਲੇ ਡਾਕਟਰ ਨੇ ਜਿਹੜੀ ਦਵਾਈ ਦਾ ਜ਼ਿਆਦਾ ਅਸਰ ਦੇਣਾ ਹੋਵੇ ਨਾ, ਉਹ ਨਿਰਣੇ ਕਾਲਜੇ ਦੀ ਹਕੀਮਤ ਵੈਦਗੀ ਦੇ ਵਿੱਚ ਆਯੁਰਵੈਦਿਕ ਦੇ ਵਿੱਚ ਅੰਮ੍ਰਿਤ ਵੇਲੇ ਦੀ ਦਵਾਈ ਬੂਟੀ ਕੋਈ ਮਹਿਨਾ ਰੱਖਦੀ ਹੈ। ਜਿਹੜਾ ਬੱਚਾ ਅੰਮ੍ਰਿਤ ਵੇਲੇ ਉੱਠ ਕੇ ਪੜ੍ਹਾਈ ਕਰਦਾ ਹੈ ਨਾ, ਉਹ ਬਹੁਤ ਤਰੱਕੀਆਂ ਕਰਦਾ ਹੈ, ਉਹਨੂੰ ਪੜ੍ਹਾਈ ਭੁੱਲਦੀ ਨਹੀਂ। ਅੰਮ੍ਰਿਤ ਵੇਲੇ ਦਵਾਈ ਬੂਟੀ, ਅੰਮ੍ਰਿਤ ਵੇਲੇ ਦੀ ਪੜ੍ਹਾਈ, ਅੰਮ੍ਰਿਤ ਵੇਲੇ ਦਾ ਸਫ਼ਰ, ਜਿਹੜਾ ਸਫ਼ਰ ਤੇ ਨਿਕਲਿਆ ਨਾ ਸਵੇਰੇ ਤੜਕੇ, ਅੰਮ੍ਰਿਤ ਵੇਲੇ ਦੇ ਰਾਹੀ ਪਾਂਧੀ ਨਾਲ ਨਹੀਂ ਕੋਈ ਮਿਲ ਸਕਦਾ। ਅੰਮ੍ਰਿਤ ਵੇਲੇ ਪੜ੍ਹਨ ਵਾਲੇ ਦੇ ਨਾਲ ਕੋਈ ਪੜ੍ਹਾਈ 'ਚ ਅੱਗੇ ਨਹੀਂ ਲੰਘ ਸਕਦਾ। ਅੰਮ੍ਰਿਤ ਵੇਲੇ ਕਸਰਤ ਕਰੇ, ਉਹਦੇ ਵਰਗਾ ਕੋਈ ਤੰਦਰੁਸਤ ਸਰੀਰ ਨਹੀਂ ਹੁੰਦਾ। ਦਿਨ ਵਿੱਚ ਉਹ ਕਸਰਤ ਮਹਿਨਾ ਨਹੀਂ ਰੱਖਦਾ। ਅੰਮ੍ਰਿਤ ਵੇਲੇ ਦੀ ਬੰਦਗੀ, ਅੰਮ੍ਰਿਤ ਵੇਲੇ ਦਾ ਪੜ੍ਹਾਈ, ਅੰਮ੍ਰਿਤ ਵੇਲੇ ਦੀ ਕਸਰਤ, ਅੰਮ੍ਰਿਤ ਵੇਲੇ ਦਾ ਖਾਣਾ, ਅੰਮ੍ਰਿਤ ਵੇਲੇ ਦੀ ਦਵਾਈ ਬੂਟੀ, ਇਹ ਇਸੇ ਤਰ੍ਹਾਂ ਜਿਹਨੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਨਾ, ਜਿਵੇਂ ਰਾਹੀ ਪਾਂਧੀ ਨਾਲ ਕੋਈ ਨਹੀਂ ਮਿਲ ਸਕਦਾ, ਪੜ੍ਹਾਈ ਕਰਨ ਵਾਲੇ ਤੋਂ ਕੋਈ ਅੱਗੇ ਨਹੀਂ ਲੰਘ ਸਕਦਾ, ਇਸੇ ਤਰ੍ਹਾਂ ਅੰਮ੍ਰਿਤ ਵੇਲੇ ਜਿਹੜਾ ਨਾਮ ਜਪਣ ਵਾਲਾ ਹੈ ਉਹ ਸਭ ਤੋਂ ਅੱਗੇ ਹੁੰਦਾ ਹੈ। ਆਖੋ ਸੀ ਵਾਹਿਗੁਰੂ ਅੰਮ੍ਰਿਤ ਵੇਲੇ ਦੀ ਬੰਦਗੀ। ਅੰਮ੍ਰਿਤ ਵੇਲਾ ਜਿੰਦੇ ਨੀ ਉੱਠ ਕੇ ਨਾਮ ਦੀ ਮਾਲਾ ਫੇਰ। ਅੰਮ੍ਰਿਤ ਵੇਲਾ ਜਿੰਦੇ ਨੀ ਉੱਠ ਕੇ ਨਾਮ ਦੀ ਮਾਲਾ ਫੇਰ। ਵਾਹਿਗੁਰੂ ਵਾਹਿਗੁਰੂ ਜਪ ਲੈਣੀ ਤੂੰ ਸਤਿਨਾਮ ਦੀ ਮਾਲਾ ਫੇਰ। ਵਾਹਿਗੁਰੂ ਵਾਹਿਗੁਰੂ ਜਪ ਲੈਣੀ ਤੂੰ ਸਤਿਨਾਮ ਦੀ ਮਾਲਾ ਫੇਰ। ਅੰਮ੍ਰਿਤ ਵੇਲਾ ਜਿੰਦੇ ਨੀ ਉੱਠ ਕੇ ਨਾਮ ਦੀ ਮਾਲਾ ਫੇਰ। ਵਾਹਿਗੁਰੂ ਵੇਲਾ ਜਿੰਦੇ ਨੀ ਉੱਠ ਕੇ ਨਾਮ ਦੀ ਮਾਲਾ ਫੇਰ। ਵਾਹਿਗੁਰੂ ਵਾਹਿਗੁਰੂ ਜਪ ਲੈਣੀ ਤੂੰ ਸਤਿਨਾਮ ਦੀ ਮਾਲਾ ਫੇਰ। ਵਾਹਿਗੁਰੂ ਵਾਹਿਗੁਰੂ ਜਪ ਲੈਣੀ ਤੂੰ ਸਤਿਨਾਮ ਦੀ ਮਾਲਾ ਫੇਰ। ਅੰਮ੍ਰਿਤ ਵੇਲਾ ਜਿੰਦੇ ਨੀ ਉੱਠ ਕੇ ਨਾਮ ਦੀ ਮਾਲਾ ਫੇਰ। ਅੰਮ੍ਰਿਤ
ਅੰਮ੍ਰਿਤ ਵੇਲਾ ਜਿੰਦੇ ਨੀ ਉੱਠ ਕੇ ਨਾਮ ਦੀ ਮਾਲਾ ਫੇਰ ਵਾਹਿਗੁਰੂ ਵਾਹਿਗੁਰੂ ਜਪ ਲੈਣੀ ਤੂੰ ਸਤਨਾਮ ਦੀ ਮਾਲਾ ਫੇਰ ਵਾਹਿਗੁਰੂ ਵਾਹਿਗੁਰੂ ਜਪ ਲੈਣੀ ਤੂੰ ਸਤਨਾਮ ਦੀ ਮਾਲਾ ਫੇਰ ਅੰਮ੍ਰਿਤ ਵੇਲਾ ਜਿੰਦੇ ਨੀ ਉੱਠ ਕੇ ਨਾਮ ਦੀ ਮਾਲਾ ਫੇਰ ਅੰਮ੍ਰਿਤ ਵੇਲਾ ਜਿੰਦੇ ਨੀ ਉੱਠ ਕੇ ਨਾਮ ਦੀ ਮਾਲਾ ਫੇਰ ਵਾਹਿਗੁਰੂ ਵਾਹਿਗੁਰੂ ਜਪ ਲੈਣੀ ਤੂੰ ਸਤਨਾਮ ਦੀ ਮਾਲਾ ਫੇਰ ਵਾਹਿਗੁਰੂ ਵਾਹਿਗੁਰੂ ਜਪ ਲੈਣੀ ਤੂੰ ਸਤਨਾਮ ਦੀ ਮਾਲਾ ਫੇਰ ਸਰਦਾਰ ਇੰਦਰਜੀਤ ਸਿੰਘ ਬੈਂਕ ਮੈਨੇਜਰ, ਜਿਹਨੂੰ ਕਿਸੇ ਮਹਾਂਪੁਰਸ਼ਾਂ ਤੋਂ ਗੁਰਮੁਖਾਂ ਤੋਂ ਰੰਗ ਲੱਗਿਆ, ਰੋਜ਼ ਦਾ 2.5 ਘੰਟੇ ਦਾ ਨਿਤਨੇਮ ਸ਼ੁਰੂ ਕਰਤਾ। ਕਿਤੇ ਸਵੇਰੇ ਲੇਟ ਹੋ ਜਾਣਾ ਤੇ ਦੁਪਹਿਰੇ ਜਿੰਨਾ ਕੁ ਹੋਣਾ ਨਹੀਂ ਤਾਂ ਬੈਂਕ ਤੋਂ ਆਣ ਕੇ ਕਰਨਾ ਜ਼ਰੂਰ। ਰਾਤ ਸੌਣ ਤੋਂ ਪਹਿਲੋਂ 2.5 ਘੰਟੇ ਪੂਰੇ ਕਰਨੇ। ਇਹ ਰੋਜ਼ ਦਾ ਨੇਮ ਬਣਾ ਰਿਹਾ। ਜਿਹੜਾ ਕੋਈ ਗੁਰਮੁਖ ਮਿਲਿਆ ਉਹਨੇ ਕਿਹਾ ਕੋਈ ਗੁਰਬਾਣੀ ਤੋਂ ਬਗੈਰ ਕੱਚੀ ਬਾਣੀ ਨਹੀਂ ਸੁਣਨੀ, ਗੁਰਬਾਣੀ ਦਾ ਹੀ ਕੀਰਤਨ ਸੁਣਨਾ ਹੈ, ਨਿਰੋਲ ਗੁਰਬਾਣੀ ਦਾ। ਕੋਈ ਆ ਧਾਰਨਾ ਕੱਚੀ ਬਾਣੀ ਹੈ ਲਾਉਂਦੇ ਜਾਂ ਕੋਈ ਕਥਾ ਕਰਨ ਵਾਲੇ ਕਥਾ ਕਰਦੇ ਆ, ਕੋਈ ਐਸੀ ਵੈਸੀ ਨਹੀਂ, ਕੇਵਲ ਗੁਰਬਾਣੀ। ਅੱਖਰ ਲਿਖੇ ਸਹੀ ਗਾਵਾਂ ਅਵਰ ਨਾ ਜਾਣਾ ਬਾਣੀ। ਇਹਨੇ ਇੰਦਰਜੀਤ ਸਿੰਘ ਨੇ 2 ਗੱਲਾਂ ਪੱਲੇ ਬੰਨ ਲਈਆਂ। ਨਾਨਕਸਰ ਹੁੰਦਾ ਸੀ ਕੀਰਤਨ ਸਵੇਰੇ ਸ਼ਾਮ, ਬਾਬਾ ਜੀ ਦੇ ਕੀਰਤਨੀਏ ਝੜੀਆਂ ਲਾ ਦਿੰਦੇ ਸੀ। ਗੁਰਬਾਣੀ ਦੀ ਧਾਰਨਾ, ਗੁਰਬਾਣੀ ਦੇ ਪ੍ਰਮਾਣ, 2-2 2.5 ਘੰਟੇ ਕੀਰਤਨ। ਇਹਨੇ ਸੁਣਿਆ ਤੇ ਬੜਾ ਪ੍ਰਸੰਨ ਹੋਇਆ ਮਨ। ਰੋਜ਼ ਕੀਰਤਨ ਸੁਣਨ ਆਵੇ ਪਰ ਸਾਧ ਸੰਤ ਨਹੀਂ ਕਿਸੇ ਨੂੰ ਮੰਨਦਾ ਸੀ, ਕਿਸੇ ਮਹਾਂਪੁਰਸ਼ ਮਹਾਤਮਾ ਨੂੰ ਨਹੀਂ ਮੰਨਦਾ ਸੀ, ਕਿਸੇ ਦੂਜੀ ਬਾਣੀ ਨਹੀਂ ਸੁਣਦਾ ਸੀ। ਜਦੋਂ ਬਾਬਾ ਜੀ ਲੱਗਦੇ ਸੀ ਉਹ ਚਲਾ ਜਾਂਦਾ ਹੁੰਦਾ ਸੀ ਰੋਜ਼। ਕੇਵਲ ਉਹਨੇ ਕੀਰਤਨ ਹੀ ਸੁਣਨਾ। ਬਾਬਾ ਜੀ ਨੇ ਬਚਨ ਕਰਨੇ ਨਾ ਸੁਣੇ। ਹੁਣ ਬਾਬਾ ਜੀ ਜਾਣਦੇ ਕਿ ਰਸਤਾ ਤਾਂ ਇਹਨੇ ਠੀਕ ਫੜਿਆ, ਪਰ ਪਤਾ ਨਹੀਂ ਵੀ ਇਹ ਰਸਤੇ ਤੇ ਚੱਲਣਾ ਕਿਵੇਂ। ਬਹੁਤ ਪਲਟਾ ਖਾ ਜਾਂਦੇ ਅਸੀਂ ਕਿ ਅਸੀਂ ਬਾਣੀ ਨੂੰ ਮੰਨਣਾ ਹੈ, ਪਰ ਬਾਣੀ ਦੇ ਵਿੱਚ ਕਹੇ ਹੋਏ ਨੂੰ ਸੁਣਦੀ ਨਹੀਂ। ਉਹ ਤਾਂ ਕਹਿੰਦੀ ਮਹਾਂਪੁਰਸ਼ਾਂ ਦੇ ਬਚਨ ਸੁਣੋ, ਮਹਾਂਪੁਰਖਾਂ ਦੀ ਸੰਗਤ ਕਰੋ, ਮਹਾਂਪੁਰਸ਼ਾਂ ਕੋਲ ਜਾਓ। ਉਹ ਗੱਲਾਂ ਨਹੀਂ, ਕੱਟੜਤਾ ਸੀ। ਅੱਜ ਬਾਬਾ ਜੀ ਦਿਆਲਤਾ ਦੇ ਘਰ ਵਿੱਚ ਆਏ, ਇਹਦੇ ਭਾਗ ਖੁੱਲੇ, ਮੈਨੇਜਰ ਦੇ ਭਾਗ ਜਾ ਕੇ ਮਹਾਂਪੁਰਸ਼ਾਂ ਦੀ ਦਿਆਲਤਾ। ਜਦੋਂ ਇਹ ਉੱਠ ਕੇ ਤੁਰਿਆ, ਬਾਬਾ ਜੀ ਨੇ ਕੀਰਤਨ ਸ਼ੁਰੂ ਕਰਾਤਾ। ਇਹ ਫਿਰ ਬਹਿ ਗਿਆ। ਬਾਬਾ ਜੀ ਇਹ ਨਹੀਂ ਸੀ ਵੇਖ ਰਹੇ ਸੀ ਜਾਂ ਕੋਈ ਸੀਸਾ ਲੱਗਿਆ ਸੀ ਅੱਗੇ। ਬਾਬਾ ਜੀ ਤਾਂ ਗੁਰੂ ਨਾਨਕੀ ਦਰਪਣ ਸੀ, ਜਿੰਦੇ 'ਚ ਸਾਰਾ ਸੰਸਾਰ ਦਿਸਦਾ ਸੀ। ਆਖੋ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਮੁਖ ਸੀ, ਜਿਹੜੇ ਗੁਰੂ ਨਾਨਕ ਸਾਹਿਬ ਪੂਰੀ ਸ੍ਰਿਸ਼ਟੀ ਨੂੰ ਦੇਖ ਰਹੇ, ਉਹਨਾਂ ਵੱਲ ਮਹਾਂਪੁਰਖਾਂ ਦਾ ਮੁਖ। ਬਾਬਾ ਜੀ ਜਾਣੀ ਜਾਣ ਸੀ। ਬਾਬਾ ਜੀ ਨੇ ਕੀਰਤਨ ਸ਼ੁਰੂ ਕਰਾਇਆ, ਬੈਠ ਗਿਆ। ਬਾਬਾ ਜੀ ਦਾ ਫਿਰ ਇਸ਼ਾਰਾ ਹੋਇਆ, ਕੀਰਤਨ ਬੰਦ ਹੋਇਆ, ਬਚਨ ਕਰਨ ਲੱਗੇ ਤੇ ਉੱਠ ਕੇ ਤੁਰ ਪਿਆ। ਜਦੋਂ ਉੱਠ ਕੇ ਤੁਰਦਾ ਹੈ, ਬਾਬਾ ਜੀ ਕੀਰਤਨ ਸ਼ੁਰੂ ਕਰਾ ਦਿੰਦੇ। ਜਦੋਂ ਬਹਿੰਦਾ ਤੇ ਬਚਨ ਸ਼ੁਰੂ ਨਹੀਂ ਕਰਦੇ, ਬਸ ਥੋੜਾ ਜਿਹਾ ਬੋਲਦੇ ਹੀ ਨਹੀਂ, ਉੱਠ ਕੇ ਤੁਰ ਪੈਂਦਾ ਬਚਨ ਕਰਨ ਲੱਗੇ। ਬਾਬਾ ਜੀ ਬੰਦ ਕਰ ਦਿੰਦੇ ਵੀ ਕੀਰਤਨ ਕਰੋ। 3 ਵਾਰੀ ਇਸ ਤਰ੍ਹਾਂ ਹੋਇਆ।
तीजी वारी बाबा जी ने कित्थों शुरू किया तो इहदे भी सीधी हिरदे च वजी। जेड़े गुरु महापुरुष अणियाले तीर छड़दे आ, हर प्रेम बाणी मन मारिया अणियाले अणिया राम राज। ओ बाण ओ बाबा जी का तीर इहदे सीने च लग्या ते बह गया भी मेरे करके हो रहा। मैं बचना तो महापुरखों के बचन सुनीए। फिर बाबा जी ने सारे कुआड़ खोलते, सारे सवालों के जवाब मिलते आ। अमृत बचन साध की बाणी, सारे सवालों के जवाब मिलते आ। परथाए साखी महापुरख बोल दे सांझी सगल जहान। सारे सवालों के जवाब मिलते हैं। भगत मुखे ते बोलते से बचन हवन दे। वेद पुराण कथे शास्त्र, वेद सिमत कथे शास्त्र भगत करे विचार। नानक दास मुख ते जो बोले इया उआ सच हो। बाबा जी के बचना ने पूरी मैल धोती आखो साधु दे बचन। मिल साधु दुर्मत धोए पतत पनीत सब। साध संग बल लाथी पार ब्रह्म भयो साथी। महापुरुषों के बचन मैल लाउण वाले आ, जिंदगी धोण वाले, खोट कड्ढण वाले आ। हंस दी चुंझ दुध का दुध कर देंदी, पानी का पानी कर देंदी। महापुरख का भी बचन ऐसा है कि वखरा वखरा कर देंदी। खोट पासे खरा पासे। बाबा जी के बचन सुने, ज्ञान हो गया, चारण हो गया कि संगत साधु दी गुरु साहब आख दी। नहीं तो बाबे नूं मैं मत्था ही नहीं टेकना, बाबे की गल ही नहीं सुननी। ये कच्ची बाणी, ये कच्चे भांडे आ। पर पता लग गया महापुरुष पक्के ने ढूंढ सज्जन संत पक्के आ, कच्चे नहीं। बस फिर जिन्नी देर भजन सुने रोंदा ही रहा। समाप्ति तो बाद मन कीता चरण साध के धोए धोए पियो अर प्रसाद को अपना जी। जिस वखर को लैन तू आया है। पढ़ियो 2 पौड़ियां, पढ़ोगे तो सारे जवाब मिल जाएंगे। महापुरुष दे जिस वखर को लैन तू आया ते अगे चरण साध के धोए धोए पियो। मन कीता बाबा जी दे चरनां ते मत्था टेका। जिन्हां ने मेरे भरम दूर कर दिया, जिन्होंने मेरी जिंदगी चानन करता है। इधर खिंचे उधर बाबा जी बढ़ा रहे ने। समझो ये मैनेजर पहुंच गया बाबा जी दे मत्था टेकिया। बाबा जी ने क्या आओ गुरमुखो, कित्थों आए जी? मोगे तो। की काम करते जी? मैनेजर। नितनेम की? पहला ही बाबा जी का होंदा सी नितनेम की। महापुरुषों ने जेड़े सौदे के गाह के उही पुछना। बाबा जी 2.5 घंटे। बाबा जी ने पता सी सारा। बाबा जी कहते समा केड़ा है? समा बाबा जी जदों मिल जाए टाइम, सवेरे दोपहरे शाम करके सोना। ड्यूटी जी मैनेजर आ बैंक च, उनका समा जी उनके सारे नेम पक्के ने, छुट्टियां दे आउण दे जाण दे सारे बैंक दे। बाबा जी कहते देख सच्ची गुरु नानक की जिहड़ी नौकरी है उनका कोई समा नहीं, झूठी बैंक की नौकरी का समा है। क्यों तू अगे पिछे करना? 8 घंटे नौकरी करनी बैंक की, पहलों कर लिया कर या लेट जाके कहते चल ही नहीं सकता। उन्होंने समय से ही जाना पेगा। बाबा जी कहते चल सकता है, जे उधर नहीं चलता संसार में इधर भी नहीं चलना।
जे तू कहेगा जदों समा मिलिया नितनेम कर लांगा, गुरु भी आखेगा तेरा काम करांगा जरूर जदों समा मिलिया। जे तेनू समय दे नितनेम दी कदर नहीं तो गुरु नूं भी नहीं तेरी कोई। जेड़े समय दी कदर करदे आ, समा उन्हां दी कदर करदा है। आखो सी बस 7 बचन बाबा जी मेरा कर रहे सी, कोई गल्लां नहीं सुना रहे सी, उपदेश नहीं दे रहे सी। बाबा जी तो बख्शिश कर रहे थे। बाबा जी कहन लगे, बाबा जी आप जी समत दिओ, समा केड़ा। फिर बाबा जी ने आ बोलिया, सबाही सलाहा दिनी त्याया एक मन सही पूरे शाह वक्त के उपर लड़ मुए। वक्त के उपर लड़ना तो समा संभाल लेना, यही सूरमगति है, यही ताने, यही शाह है। कहते लड़ाई करनी, युद्ध करना है। अमृत वेला सच नाम वडियाई विचार जिहड़ी आपां कर चुके। बाबा जी ने कहा समा अमृत वेला। पहलो अमृत वेले उठ इशनान करके नितनेम कर, 2.5 घंटे फिर जिथे मर्जी अपनी बैंक च जा, जो मर्जी ड्यूटी कर, घर विच जो करना कर। अमृत वेले का नितनेम पक्का रखी, तेनू मंगण की कोई लोड़ नहीं। आखो सी अमृत वेला पक्का करन दी लोड़ है, गुरु अगे कोई मंगण दी लोड़ नहीं। गुरु बिना मंगिया ही देवेगा, तेनू चिंता करन दी लोड़ नहीं। अमृत वेले दी चिंता कर, किसी चीज की चिंता की लोड़ नहीं। तेरी चिंता करेगा करतार। आखो सी अचिंत कम करे प्रभ दिन के जिन हर का नाम प्यारा। जिन्होंने गुरु का नाम प्यारा है उन्होंने चिंता नहीं करनी पैंदी। औखी घड़ी ना देखण दई, अपना बिरद संभाले, तेनों औखी घड़ी नहीं देखण देगा। कहते अमृत वेला संभाल, कोई मंगण दी गुरु बख्शिशा ही देता है। ये गुरबाणी च लिखिया कि जेड़े अमृत वेले उठदे आ ना, उन्होंने दाता रब देंदा है। जेड़े दिने उठदे आ रब तो दाता मंगदे आ पर मिलदियां नहीं। जेड़े अमृत वेले उठदे आ मंगदे नहीं, रब आप देंदा है। आखो सी दाती साहिब संधियां, जो जगन लहन से साई कन्नो दात। रात कथूरी वंडिए, रात नूं तां दाता वंडियां जांदियां। सुत्या मिले ना भाव, सुत्या नूं नहीं मिलदियां। जिन्हां दी नैन निंदरावले तिन्ना मिलन जेड़े सुते पे ने, जिन्हां दी अखां च नींदर है, वो तां रोणगे, फिर चीकणगे मैनूं आ नहीं मिलिया, मेरा आ दुखदा है, मेरा आ बिगड़ गया। पर पता नहीं कि अमृत वेला मैं बिगाड़िया, हुण रोना पिया, चीका मारदा। एक अमृत वेला बिगाड़िया, कहना मेरे पुत बिगड़ गए, धियां बिगड़ गई, मेरा काम बिगड़ गया, मेरा शरीर खराब हो गया। भाई तू अमृत वेला संभाल, तेरा शरीर भी ठीक, बच्चे भी ठीक, तू भी ठीक। अमृत वेला संभाल, सारा दिन चरण शरण एक पैंडा चल गुरु वाला अमृत वेले दा। गुरु साहब तेनू 24 घंटिया के पैंडे च तेरे नाल रहणगे। बाबा जी की समत, इंद्रजीत ने 2.5 घंटे का नितनेम शुरू करता। बैंक दे विच बैंक अफसर बन गया। बैंक अफसर दे विच बैंकां दा अफसर बन गया। बैंकां दे विच जाके सारी पंजाब एंड सिंध बैंक का चेयरमैन बन गया इंद्रजीत सिंह। रोज दातां मिलदियां, रोज तरक्कियां मिलदियां, नितनेम करके अमृत वेले दे जिहड़ा महापुरुषां ने दिता सी। एक इहो जिहा ये चेयरमैन होया है जिन्हें कि बैंक विच जिन्नू भी रखिया, जिहड़ा धर्म च पूरा सी उहनूं रखिया। किसी नूं सिंध बैंक दी पुछ लो कि सिंध बैंक का चेयरमैन सरदार इंद्रजीत सिंह, जे उन्हें मुसलमान रखिया तो धर्म च पूरा, हिंदू रखिया तो धर्म च पूरा, सिख
ਜਿਹੜਾ ਰੱਖਿਆ ਬੈਂਕ ਵਿੱਚ ਸਿੱਖੀ 'ਚ ਪੂਰਾ ਇੱਕੋ ਹੀ ਪਛਾਣ ਕੀਤੀ, ਸੱਚਾਈ ਸੌਦਾ ਵਿਹਾਜਿਆ, ਸੱਚਾਈ ਧਨ ਕਮਾਇਆ। ਨੌਕਰੀ ਸਰਕਾਰ ਦੀ ਕੀਤੀ, ਬੈਂਕ ਦੀ। ਅੰਮ੍ਰਿਤ ਵੇਲੇ ਨੇ ਪਤਾ ਨਹੀਂ ਕਿੰਨੀਆਂ ਕੁ ਵਡਿਆਈਆਂ ਦਿੱਤੀਆਂ, ਕਿੰਨੇ ਕੁ ਬਲ ਬਖਸ਼ੇ, ਕਿੰਨੀਆਂ ਕੁ ਤਾਕਤਾਂ ਦਿੱਤੀਆਂ। ਆਪਦੇ ਬੈਂਕ ਚਾਲੂ ਕਰ ਲਏ ਫਿਰ ਉਹਨਾਂ ਨੇ। ਗੁਰੂ ਸਾਹਿਬ ਨੇ ਸਰੀਰ ਮੁੱਕ ਜਾਂਦਾ ਹੈ, ਗੁਰੂ ਦੀਆਂ ਦਾਤਾਂ ਫਿਰ ਵੀ ਚੱਲਦੀਆਂ ਰਹਿੰਦੀਆਂ ਜਿਨ੍ਹਾਂ ਕੋਲ ਅੰਮ੍ਰਿਤ ਵੇਲਾ ਆਖੋ। ਉਹਨਾਂ ਦੇ ਤਨ ਮੁੱਕ ਜਾਣਗੇ, ਉਹਨਾਂ ਦੇ ਸਰੀਰ ਚਲੇ ਜਾਣਗੇ, ਪਰ ਦਾਤਾਂ ਨਹੀਂ ਗੁਰੂ ਦੀਆਂ ਆਉਣੋਂ ਹਟਣਗੀਆਂ, ਆਉਂਦੀਆਂ ਹੀ ਰਹਿਣਗੀਆਂ। ਜੋ ਜਗਨ ਲਹਣ ਸੇ ਸਾਈਂ ਕੰਨੋ ਦਾਤ। ਬਸ ਇੱਕ ਵੇਲਾ ਯਾਦ ਰੱਖੋ, ਅੰਮ੍ਰਿਤ ਵੇਲਾ। ਹੁਣ ਗੁਰੂ ਸਾਹਿਬ ਦਾ ਹੁਕਮਨਾਮਾ ਸੁਣੋ ਤੇ ਫਿਰ ਭਾਈ ਸੁਖਮਨੀ ਸਾਹਿਬ ਦੇ ਪਾਠ ਸਾਰਿਆਂ ਨੇ ਕਰਨੇ। ਮਾਈ ਭਾਈ ਜਿੰਨੇ ਆਏ ਕੀਰਤਨ ਵਾਲੇ ਇਸ਼ਨਾਨ ਪਾਣੀ ਕਰਕੇ ਆਣ ਕੇ ਕੀਰਤਨ ਕਰਨਗੇ। ਸਾਰੀ ਸੰਗਤ ਨੇ ਅੰਮ੍ਰਿਤ ਵੇਲੇ ਦੇ ਜਪਜੀ ਸਾਹਿਬ, ਸ਼ਬਦ ਹਜ਼ਾਰੇ, ਸੁਖਮਨੀ ਸਾਹਿਬ ਦੇ ਪਾਠ